ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜਿ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰੰਗ ਚੜ ਜਾਏ ਅੰਧ ਲਖੈ ਬਦਰਉ ਸੁਨੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਮਾਤ ਪਿਤਾ ਸੁਤ ਬੰਧਨ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਮਾਤ ਪਿਤਾ ਸੁਤ ਬੰਧਨ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਸੁਖ ਸਹਿਜ ਆਨੰਦ ਕਨੇ, ਗੁਰ ਪੂਰਾ ਪੂਰੀ ਜਾਕੀ ਬਾਣੀ। ਅਨਿਕ ਗੁਨਾ ਜਾਕੀ ਜਾਹੇ ਨਾ ਗਨੇ ਰਖਾਓ। ਸਗਲ ਸਰੰਜਾਮ ਕਰੇ ਪ੍ਰਭ ਆਪੇ, ਭਏ ਮਨੋਰਥ ਸੋ ਪ੍ਰਭ ਜਾਪੇ। ਅਰਥ ਧਰਮ ਕਾਮ ਮੁਖ ਕਾ ਦਾਤਾ, ਹੋਰੀ ਪਈ ਸਿਮਰ ਸਿਮਰ ਵਿਧਾਤਾ। ਸਾਧ ਸੰਗ ਨਾਨਕ ਰੰਗ ਮਾਨਿਆ, ਘਰ ਆਇਆ ਪੂਰੈ ਗੁਰ ਆਣਿਆ। ਸਾਧ ਸੰਗ ਨਾਨਕ ਰੰਗ ਮਾਨਿਆ, ਘਰ ਆਇਆ ਪੂਰੈ ਗੁਰ ਆਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਭਗਤ ਵਛਲ ਸਤਿਗੁਰੂ, ਦੀਨਾਂ ਉੱਤੇ ਦਇਆਲਤਾ ਕਰਨ ਵਾਲੇ ਸਤਿਗੁਰੂ, 10 ਪਾਤਸ਼ਾਹੀਆਂ ਦਾ ਆਤਮਿਕ ਸਵਰੂਪ, ਜੁਗੋ ਜੁਗ ਅਟਲ ਸ਼ਬਦ ਗੁਰੂ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਪਵਿੱਤਰ ਸਤ ਸੰਗਤ ਦੀਆਂ ਘੜੀਆਂ ਦਾ ਲਾਹਾ ਪ੍ਰਾਪਤ ਕਰ ਰਹੀ ਗੁਰੂ ਖਾਲਸਾ ਸਾਧ ਸੰਗਤ ਵਡਭਾਗੇ ਹਾਂ। ਸਤਿਗੁਰਾਂ ਨੇ ਸਾਡੇ ਤੇ ਤਰੁੱਠ ਕਰਕੇ ਤੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਹਨ। ਉਪਰੰਤ ਜੋ ਗ੍ਰੰਥੀ ਸਿੰਘ ਪਾਸੋਂ ਨਿਤਨੇਮ ਦੀਆਂ ਪਵਿੱਤਰ ਗੁਰਬਾਣੀਆਂ ਦਾ ਜਾਪ ਸਰਵਣ ਕੀਤਾ ਹੈ, ਹੁਣ ਸਤਿਗੁਰਾਂ ਦੀ ਦਇਆ ਸਦਕਾ ਜੋ ਹਰ ਰੋਜ਼ ਦੀ ਤਰ੍ਹਾਂ ਕਥਾ ਵਿਚਾਰ ਦਾ ਸਮਾਂ ਹੁਣ ਹੋਇਆ ਹੈ, ਸਾਰੀ ਹੀ ਸੰਗਤ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕਰਕੇ ਤੇ ਕਥਾ ਵਿਚਾਰਾ ਸਰਵਣ ਕਰਕੇ, ਸਤਿਗੁਰਾਂ ਦਾ ਹਰ ਜਸ ਸਰਵਣ ਕਰਕੇ ਤੇ ਲਾਹਾ ਪ੍ਰਾਪਤ ਕਰਕੇ ਘਰਾਂ ਨੂੰ ਜਾਈਏ ਜੀ। ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਜੋ ਕੀਤੀ ਹੈ, ਜੋ ਲੜੀਵਾਰ ਕਥਾ ਵਿਚਾਰ ਸ੍ਰੀ ਆਨੰਦ ਸਾਹਿਬ ਪਵਿੱਤਰ ਗੁਰਬਾਣੀ ਦੀ ਚੱਲ ਰਹੀ ਹੈ, ਉਸ ਤੋਂ ਪਹਿਲਾਂ ਜੋ ਸਤਿਗੁਰਾਂ ਨੇ ਅੱਜ ਅੰਮ੍ਰਿਤ ਵੇਲੇ ਮੁੱਖ ਵਾਕ ਦੀ ਬਖਸ਼ਿਸ਼ ਕੀਤੀ, ਤਿਸ ਦੀ ਵਿਚਾਰ ਆਪਾਂ ਸਰਵਣ ਕਰੀਏ। ਸਤਿਗੁਰਾਂ ਦਾ ਪਵਿੱਤਰ ਮੁੱਖ ਵਾਕ ਸਾਰੀ ਹੀ ਸੰਗਤ ਨੇ ਬੜੇ ਪ੍ਰੇਮ ਸਹਿਤ ਸਰਵਣ ਕੀਤਾ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਚਮ ਪਾਤਸ਼ਾਹ
ਬਖਸ਼ਿਸ਼ ਕਰ ਰਹੇ ਹਨ ਕਿ ਜਿਹੜੇ ਇਹ ਦੁਨੀਆ ਦੇ ਰਿਸ਼ਤੇ ਹਨ, ਮਾਤ ਪਿਤਾ, ਰਿਸ਼ਤੇਦਾਰ ਅਤੇ ਪੁੱਤਰ ਸੰਬੰਧੀ, ਇਹਨਾਂ ਸਾਰਿਆਂ ਦੇ ਵਿੱਚੋਂ ਕਿਸੇ ਨੇ ਵੀ ਅਖੀਰ 'ਤੇ ਕੋਈ ਸਹਾਇਤਾ ਤੇਰੀ ਨਹੀਂ ਕਰਨੀ। ਜੇ ਸਮੇਂ ਆਉਣਾ ਹੈ ਨਾ, ਅੰਤਲਾ ਸਮਾਂ, ਅੰਤਲੇ ਸਮੇਂ ਦੇ ਅੰਦਰ ਜਮਦੂਤਾਂ ਦਾ ਡੰਡ ਸਿਰ 'ਤੇ ਜਦੋਂ ਵੱਜਣਾ ਹੈ, ਉਸ ਸਮੇਂ ਕੇਵਲ ਸਹਾਇਤਾ ਕਰਨੀ ਹੈ ਤਾਂ ਪਰਮੇਸ਼ਰ ਨੇ, ਕੇਵਲ ਸਹਾਇਤਾ ਕਰਨੀ ਹੈ ਤਾਂ ਸਤਿਗੁਰਾਂ ਨੇ। ਜੇਕਰ ਸਤਿਗੁਰਾਂ ਦੇ ਅੱਗੇ ਅਰਦਾਸ ਬੇਨਤੀਆਂ ਕਰਾਂਗੇ ਆਪਾਂ ਕਿ ਸਤਿਗੁਰੂ ਸਾਨੂੰ ਇਹਨਾਂ ਜਮਾਂ ਦੀਆਂ ਫਾਹੀਆਂ ਤੋਂ ਬਚਾ ਲਵੋ, ਤੇ ਫਿਰ ਇਹ ਨਿਮਰਤਾ ਸਹਿਤ ਬੇਨਤੀਆਂ ਕੀਤੀਆਂ ਹੋਈਆਂ ਨੂੰ ਸਤਿਗੁਰੂ ਸਰਵਣ ਕਰਦੇ ਹਨ। ਸੁਣ ਕਰਕੇ ਤੇ ਫਿਰ ਗੁਰਸਿੱਖਾਂ 'ਤੇ ਇਹ ਬਖਸ਼ਿਸ਼ ਕਰ ਦਿੰਦੇ ਹਨ। ਗੁਰਸਿੱਖਾਂ ਨੂੰ ਫਿਰ ਹਰ ਪ੍ਰਕਾਰ ਦੀਆਂ ਦਾਤਾਂ ਉਸ ਜਮ ਦੇ ਡੰਡੇ ਤੋਂ ਤਾਂ ਬਚਾਉਂਦੇ ਹੀ ਹਨ, ਪਰ ਇਸ ਸੰਸਾਰ ਵਿੱਚ ਰਹਿੰਦੇ ਹੋਏ ਅਨੇਕਾਂ ਤਰ੍ਹਾਂ ਦੀਆਂ ਦਾਤਾਂ ਵੀ ਸਤਿਗੁਰੂ ਬਖਸ਼ਿਸ਼ ਕਰ ਦਿੰਦੇ ਹਨ, ਵਡਿਆਈਆਂ ਬਖਸ਼ਿਸ਼ ਕਰਦੇ ਹਨ, ਅਤੇ ਸਾਰੇ ਕਾਰਜ ਫਿਰ ਉਹਨਾਂ ਦੇ ਸਤਿਗੁਰੂ ਆਪ ਅੰਗ ਸੰਗ ਸਹਾਈ ਹੋ ਕਰਕੇ ਤੇ ਆਪ ਉਦਮ ਕਰਕੇ ਕਰਾਉਂਦੇ ਹਨ। ਐਸੀ ਸਤਿਗੁਰੂ ਬਖਸ਼ਿਸ਼ ਕਰਦੇ ਹਨ ਉਹਨਾਂ ਤੇ ਜਿਹੜੇ ਸਤਿਗੁਰਾਂ ਦਾ ਨਾਮ ਸਿਮਰਦੇ ਹਨ ਅਤੇ ਸਤ ਸੰਗਤ ਦੇ ਵਿੱਚ ਆਣ ਕਰਕੇ ਤੇ ਸਤਿਗੁਰਾਂ ਦਾ ਹਰ ਜਸ ਸਰਵਣ ਕਰਦੇ ਹਨ। ਇਹ ਸਤਿਗੁਰੂ ਅੱਜ ਦੇ ਪਵਿੱਤਰ ਮੁਖ ਵਾਕ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ। ਸਾਰੀ ਹੀ ਸੰਗਤ ਬੜੇ ਪ੍ਰੇਮ ਸਹਿਤ ਦੋਏ ਕਰ ਜੋੜ ਸਤਿਗੁਰਾਂ ਅੱਗੇ ਸੀਸ ਨਿਵਾ ਕਰਕੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਸ਼ਹੀਦਾਂ ਦੇ ਸਰਤਾਜ ਸਤਿਗੁਰੂ, ਬਾਣੀ ਕੇ ਬੋਹਿਤ ਜਹਾਜ਼ ਸਤਿਗੁਰੂ, ਬਿਲਾਵਲ ਰਾਗ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ। ਮਾਤ ਪਿਤਾ ਸੁਤ ਬੰਧਪ ਭਾਈ। ਮਾਤ ਜਿਹੜੀ ਮਾਤਾ ਹੈ ਅਤੇ ਪਿਤਾ ਸੁਤ ਭਾਵ ਸਪੁੱਤਰ, ਬੰਧਪ ਰਿਸ਼ਤੇਦਾਰ, ਭਾਈ ਭਾਵ ਭਰਾ, ਇਹ ਜਿਤਨੇ ਵੀ ਰਿਸ਼ਤੇ ਹਨ ਇਸ ਸੰਸਾਰ ਦੇ। ਨਾਨਕ ਹੋਆ ਪਾਰ ਬ੍ਰਹਮ ਸਹਾਈ। ਸਤਿਗੁਰੂ ਸਾਹਿਬ ਫਰਮਾ ਰਹੇ ਹਨ, ਹੋਆ ਪਾਰ ਬ੍ਰਹਮ ਸਹਾਈ, ਪਰ ਸਹਾਇਤਾ ਕਰਨ ਵਾਲਾ ਕੇਵਲ ਤਾਂ ਕੇਵਲ ਉਹ ਪਾਰ ਬ੍ਰਹਮ ਹੀ ਹੋਵੇਗਾ, ਪਰਮੇਸ਼ਰ ਹੀ ਸਹਾਇਤਾ ਕਰੇਗਾ। ਜਿਸ ਸਮੇਂ ਅਖੀਰਲਾ ਸਮਾਂ ਆਉਣਾ ਹੈ, ਸਰੀਰ ਤੇਰੀ ਆਤਮਾ ਨੇ, ਭਾਵ ਤੂੰ ਇਸ ਸਰੀਰ ਨੂੰ ਛੱਡ ਕਰਕੇ ਤੇ ਜਾਣਾ ਹੈ ਨਾ, ਅੱਗੇ ਜਾ ਕਰਕੇ ਫਿਰ ਇਹ ਰਿਸ਼ਤੇਦਾਰ ਅਤੇ ਮਾਤਾ ਪਿਤਾ ਸੰਬੰਧੀ ਭਾਈ ਕਿਸੇ ਨੇ ਸਾਥ ਨਹੀਂ ਜਾਣਾ। ਹਾਂ, ਇਸ ਸੰਸਾਰ 'ਚ ਰਹਿੰਦਿਆਂ ਹੋਇਆਂ ਇਹ ਜ਼ਰੂਰ ਸਹਾਇਤਾ ਕਰਦੇ ਹਨ। ਸਭ ਤੋਂ ਵੱਧ ਕਰਕੇ ਰਿਸ਼ਤੇਦਾਰਾਂ ਤੋਂ ਵੀ ਵੱਧ ਕਰਕੇ ਭਾਈ ਹੁੰਦੇ ਹਨ, ਭਾਈਆਂ ਤੋਂ ਵੱਧ ਕਰਕੇ ਮਾਤਾ ਪਿਤਾ ਹੁੰਦੇ ਹਨ। ਪਰ ਸਤਿਗੁਰੂ ਫਰਮਾਉਂਦੇ ਹਨ, ਹੋਵਾ ਪਾਰ ਬ੍ਰਹਮ ਸਹਾਈ, ਪਰ ਉਸ ਦਰਗਾਹ ਦੇ ਅੰਦਰ ਇਸ ਸੰਸਾਰ ਨੂੰ ਤਿਆਗਣ ਤੋਂ ਉਪਰੰਤ ਜਿਹੜਾ ਸਫ਼ਰ ਹੋਣਾ ਹੈ ਇਸ ਜਿੰਦ ਦਾ, ਉੱਥੇ ਕੇਵਲ ਤਾਂ ਕੇਵਲ ਪਰਮਾਤਮਾ ਨੇ ਹੀ ਸਹਾਇਤਾ ਕਰਨੀ ਹੈ, ਪਰਮੇਸ਼ਰ ਨੇ ਹੀ ਸਹਾਈ ਹੋਣਾ ਹੈ। ਉਹ ਕਦੋਂ ਹੋਵੇਗਾ, ਕਿਵੇਂ ਆਪਾਂ ਉਸ ਪਰਮੇਸ਼ਰ ਦੀ ਸਹਾਇਤਾ ਪ੍ਰਾਪਤ ਕਰ ਸਕਦੇ ਹਾਂ, ਉਹ ਸਤਿਗੁਰੂ ਅੱਗੇ ਫਰਮਾ ਰਹੇ ਹਨ। ਸੁਖ ਸਹਿਜ ਆਨੰਦ ਘਨੇ। ਤੇ ਜਿਸ ਸਮੇਂ ਆਪਾਂ ਸਤਿਗੁਰਾਂ ਦੀ ਸਹਾਇਤਾ ਪ੍ਰਾਪਤ ਕਰ ਲਈ ਨਾ, ਸਤਿਗੁਰਾਂ ਦੀ ਬਖਸ਼ਿਸ਼ ਪ੍ਰਾਪਤ ਕਰ ਲਈ, ਉਹਦੇ ਨਾਲ ਫਿਰ ਕੀ ਹੋਵੇਗਾ, ਸੁਖ ਪ੍ਰਾਪਤ ਹੋਵੇਗਾ। ਸਹਿਜ ਭਾਵ ਗਿਆਨ ਪ੍ਰਾਪਤ ਹੋ ਜਾਵੇਗਾ, ਬ੍ਰਹਮ ਦਾ ਗਿਆਨ, ਤੇ ਆਨੰਦ ਘਣੇ, ਤੇ ਘਣੇ ਆਨੰਦ ਸਹਿਤ ਜਿਹੜਾ ਸੁਖ ਸਰੂਪ ਪਰਮੇਸ਼ਰ ਹੈ, ਸੁਖ ਸਹਿਜ ਸਰੂਪ ਪਰਮੇਸ਼ਰ, ਆਨੰਦ ਘਨੇਰੇ ਆਨੰਦ ਦੇ ਸਹਿਤ ਉਹ ਪ੍ਰਾਪਤ ਹੋ ਜਾਵੇਗਾ। ਕਿਸੋ ਕਦੋਂ, ਗੁਰ ਪੂਰਾ ਪੂਰੀ ਜਾ ਕੀ ਬਾਣੀ। ਗੁਰ ਪੂਰਾ ਪੂਰੀ ਜਾ ਕੀ ਬਾਣੀ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪੂਰੇ ਸਤਿਗੁਰੂ ਅਤੇ ਪੂਰੀ ਜਾ ਕੀ ਬਾਣੀ, ਤੁਰਕੀ ਬਾਣੀ ਆਈ ਤਿਨ ਸਗਲੀ ਜੰਤ ਮਿਟਾਈ, ਜਿਨ੍ਹਾਂ ਦੀ ਪੂਰੀ ਬਾਣੀ ਹੈ ਅਤੇ ਆਪ ਸਤਿਗੁਰੂ ਪੂਰੇ ਹਨ। ਉਸ ਬਾਣੀ ਨੂੰ ਜਪ ਕਰਕੇ, ਉਸ ਬਾਣੀ ਨੂੰ ਸਿਮਰ ਕਰਕੇ ਇਹ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ। ਅਨੇਕ ਗੁਣਾਂ ਜਾ ਕੀ ਜਾਣੇ ਨਾ ਗਨੇ। ਅਨੇਕ ਗੁਣਾ, ਉਹ ਐਸੀ ਗੁਰਬਾਣੀ ਅਤੇ ਐਸੇ ਸਤਿਗੁਰੂ ਜਿਹੜੇ ਪੂਰਨ ਹਨ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਅਨੇਕ ਗੁਣਾ, ਇਹਨਾਂ ਦੇ ਅੰਦਰ ਅਨੇਕਾਂ ਹੀ ਗੁਣ, ਭਾਵ ਗਿਣਤੀ ਤੋਂ ਰਹਿਤ ਹੀ ਗੁਣਾਂ ਦੇ ਖਜ਼ਾਨੇ ਹੀ ਹਨ ਸਤਿਗੁਰੂ।
ਜਾਕੇ ਜਾਹੇ ਨਾ ਗਣੇ, ਗੁਣ ਇਤਨੇ ਕਿ ਗਿਣੇ ਹੀ ਨਹੀਂ ਜਾ ਸਕਦੇ। ਐਸੇ ਗੁਣ ਪ੍ਰਾਪਤ ਹੁੰਦੇ ਹਨ ਕਿਹਨਾਂ ਨੂੰ? ਜਿਹੜੇ ਇਸ ਖਜ਼ਾਨੇ ਦੇ ਅੰਦਰੋਂ ਪ੍ਰਾਪਤ ਕਰ ਲੈਂਦੇ ਹਨ ਗੁਣ। ਖਜ਼ਾਨਾ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਇਸ ਦੇ ਅੰਦਰ ਤਿਨਾਂ ਦੇ ਅੰਦਰ ਜੋ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਸਮੁੱਚੀ ਗੁਰਬਾਣੀ ਹੈ, ਇਹ ਹੈ ਗੁਣਾਂ ਦਾ ਖਜ਼ਾਨਾ ਸਰੂਪ। ਤੇ ਜਾਹੇ ਨਾ ਗਣੇ, ਅਜਿਹੇ ਗੁਣ ਹਨ ਜਿਹੜੇ ਗਿਣੇ ਨਹੀਂ ਜਾ ਸਕਦੇ। ਤੇ ਜੇਕਰ ਕੋਈ ਫਿਰ ਗੁਣ ਪ੍ਰਾਪਤ ਕਰਨਾ ਚਾਹੁੰਦਾ ਹੈ ਨਾ, ਐਸੇ ਬੇਅੰਤ ਸਤਿਗੁਰਾਂ ਦੇ ਗੁਣ ਆਪਣੇ ਹਿਰਦੇ ਅੰਦਰ ਪ੍ਰਾਪਤ ਕਰਨਾ ਚਾਹੁੰਦਾ ਹੈ, ਉਹ ਕਿਵੇਂ ਪ੍ਰਾਪਤ ਕਰੇਗਾ? ਗੁਰਪੂਰਾ ਪੂਰੀ ਜਾ ਕੀ ਬਾਣੀ, ਜਿਹੜੀ ਬਾਣੀ ਪੂਰੀ ਹੈ ਉਸ ਨੂੰ ਪਾਠ, ਉਸ ਦਾ ਪਾਠ ਕਰਕੇ, ਉਸ ਨੂੰ ਜਪ ਕਰਕੇ ਇਹ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਪ੍ਰਕਾਰ ਜਿਹੜੇ ਸਤਿਗੁਰੂ ਹਨ ਨਾ, ਉਹ ਪੂਰਨ ਹਨ ਅਤੇ ਨਾਲ ਹੀ ਉਹਨਾਂ ਦੀ ਜਿਹੜੀ ਬਾਣੀ ਹੈ ਉਹ ਵੀ ਪੂਰੇ ਸਤਿਗੁਰਾਂ ਦੀ ਬਾਣੀ ਵੀ ਪੂਰੀ ਹੈ ਤੇ ਗੁਣਾਂ ਦਾ ਖਜ਼ਾਨਾ ਰੂਪ ਹੈ। ਸਗਲ ਸੰਜਾਮ ਕਰੇ ਪ੍ਰਭ ਆਪੀ। ਜਿਨ੍ਹਾਂ ਨੇ ਫਿਰ ਇਸ ਪ੍ਰਕਾਰ ਦੇ ਨਾਲ ਸੋ ਪ੍ਰਭ ਜਾਪੇ, ਪੂਰੀ ਪੜ੍ਹਦੇ ਹੋ। ਭਏ ਮਨੋਰਥ ਸੋ ਪ੍ਰਭ ਜਾਪੀ। ਸੋ ਪ੍ਰਭ ਜਾਪੇ, ਜਿਨ੍ਹਾਂ ਨੇ ਉਸ ਪਰਮੇਸ਼ਰ ਦਾ ਜਪ ਕੀਤਾ, ਉਸ ਪਰਮੇਸ਼ਰ ਦਾ ਸਿਮਰਨ ਕਰਨਾ ਕੀਤਾ, ਫਿਰ ਉਹਨਾਂ ਦਾ ਕਿਸ ਪ੍ਰਕਾਰ ਸਤਿਗੁਰ ਪਰਮੇਸ਼ਰ ਸਹਾਈ ਹੋਇਆ? ਸਗਲ ਸਰੰਜਾਮ ਕਰੇ ਪ੍ਰਭ ਆਪੇ। ਜਿਨ੍ਹਾਂ ਨੇ ਜਪ ਲਿਆ ਉਸ ਪਰਮੇਸ਼ਰ ਨੂੰ, ਉਹਨਾਂ ਦੇ ਸਾਰੇ ਜਿਹੜੇ ਸਰੰਜਾਮ, ਸਾਰੇ ਉਦਮ ਹਨ, ਸਾਰੇ ਕਾਰਜ ਹਨ, ਕਰੇ ਪ੍ਰਭ ਆਪੇ, ਉਹ ਪ੍ਰਭੂ ਪਰਮੇਸ਼ਰ ਫਿਰ ਆਪ ਕਰਦਾ ਹੈ, ਆਪ ਉਹਨਾਂ ਦੇ ਅੰਦਰ ਸਹਾਈ ਹੁੰਦਾ ਹੈ। ਭਏ ਮਨੋਰਥ ਸੋ ਪ੍ਰਭ ਜਾਪੇ, ਅਤੇ ਉਸ ਪਰਮੇਸ਼ਰ ਨੂੰ ਜਪਣ ਦੇ ਨਾਲ ਮਨੋਰਥ ਜਿਤਨੇ ਆਪਣੇ ਮਨ ਦੇ ਅਰਥ, ਮਨ ਦੀਆਂ ਕਾਮਨਾਵਾਂ ਹੁੰਦੀਆਂ ਹਨ, ਉਹ ਵੀ ਸੰਪੂਰਨ ਹੋ ਜਾਂਦੀਆਂ ਹਨ। ਕਿਵੇਂ? ਸੋ ਪ੍ਰਭ ਜਾਪੇ, ਉਸ ਪਰਮੇਸ਼ਰ ਦਾ ਜਪ ਕਰਨ ਦੇ ਨਾਲ, ਵਾਹਿਗੁਰੂ ਵਾਹਿਗੁਰੂ ਸਿਮਰਨ ਦਾ ਬਾਰ-ਬਾਰ ਰਟਨ ਕਰਨ ਦੇ ਨਾਲ, ਉਸ ਪਰਮੇਸ਼ਰ ਨੂੰ ਹਰ ਵਕਤ ਚੇਤੇ ਰੱਖਣ ਦੇ ਨਾਲ ਇਹ ਸਾਰੇ ਜਿਹੜੇ ਮਨੋਰਥ ਵੀ ਪੂਰੇ ਹੋ ਜਾਂਦੇ ਹਨ। ਇਸ ਪ੍ਰਕਾਰ ਸਗਲ ਸਰੰਜਾਮ, ਜਿਹੜੀ ਇਹ ਸਾਰੀ ਸਰੰਜਾਮ ਸ੍ਰਿਸ਼ਟੀ ਪੈਦਾ ਹੋਈ ਹੈ, ਸਾਰੇ ਸਤ ਪਰਮੇਸ਼ਰ ਨੇ ਉਤਪਤੀ ਕੀਤੀ ਹੈ। ਕਰੇ ਪ੍ਰਭ ਆਪੇ, ਉਹ ਪਰਮੇਸ਼ਰ ਨੇ ਇਹ ਆਪ ਹੀ ਇਸ ਦੀ ਉਤਪਤੀ ਕੀਤੀ ਹੈ। ਅਤੇ ਭਏ ਮਨੋਰਥ ਸੋ ਪ੍ਰਭ ਜਾਪੇ, ਤੇ ਇਹ ਸਾਰੀ ਇਹ ਉਦੋਂ ਸਮਝ ਆਉਂਦੀ ਹੈ ਜਿਸ ਸਮੇਂ ਆਪਾਂ ਪਰਮੇਸ਼ਰ ਦਾ ਜਪ ਕਰਦੇ ਹਾਂ। ਜਪ ਕਰਕੇ ਫਿਰ ਆਪਣੇ ਮਨੋਰਥ ਵੀ ਸਾਰੇ ਪੂਰੇ ਹੋ ਜਾਂਦੇ ਹਨ, ਮਨੋਕਾਮਨਾਵਾਂ। ਧਰਮ ਕਾਮ ਮੋਖ ਕਾ ਦਾਤਾ। ਐਸੇ ਸਤਿਗੁਰੂ ਹਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਐਸੇ ਦਾਤਾ ਜੀ ਹਨ ਜਿਹੜੇ ਅਰਥ ਭਾਵ ਧਨ ਦੌਲਤ ਦਾ ਦਾਨ ਦਿੰਦੇ ਹਨ। ਧਰਮ, ਸਾਡੇ ਧਰਮ ਦੀ ਰੱਖਿਆ ਕਰਦੇ ਹਨ ਹਰ ਪ੍ਰਕਾਰ। ਕਾਮ, ਜਿਹੜੀਆਂ ਕਾਮਨਾਵਾਂ ਹਨ ਸਾਡੀਆਂ ਹਰ ਪ੍ਰਕਾਰ ਪੂਰੀਆਂ ਕਰਨ ਵਾਲੇ। ਅਤੇ ਮੋਖ ਕਾ ਦਾਤਾ, ਅਤੇ ਸਤਿਗੁਰੂ ਮੁਕਤੀ ਦੇ ਦਾਤੇ ਹਨ। ਐਸੀਆਂ ਬਖਸ਼ਿਸ਼ਾਂ ਭਰੇ ਹਨ ਸਤਿਗੁਰੂ। ਪੂਰੀ ਭਈ ਸਿਮਰ ਸਿਮਰ ਵਿਧਾਤਾ। ਪੂਰੀ ਭਈ, ਤੇ ਜਿਹੜੇ ਪਰਮੇਸ਼ਰ ਨੂੰ ਸਿਮਰ ਵਿਧਾਤਾ, ਜਿਹੜਾ ਪਰਮੇਸ਼ਰ ਜੀ ਨੂੰ ਬਾਰ-ਬਾਰ ਜਿਹੜੇ ਜੀਵ ਸਿਮਰਦੇ ਹਨ ਨਾ, ਉਸ ਪਰਮੇਸ਼ਰ ਨੂੰ, ਉਹਨਾਂ ਦੀ ਫਿਰ ਕੀਤੀ ਹੋਈ ਘਾਲ ਸੇਵਾ, ਕੀਤਾ ਹੋਇਆ ਜਪ ਤਪ ਪੂਰੀ ਭਈ, ਉਹਨਾਂ ਦਾ ਪੂਰਾ ਹੋ ਜਾਂਦਾ ਹੈ, ਸਫਲ ਹੋ ਜਾਂਦਾ ਹੈ। ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਗੁਰ ਰਾਖਾ। ਜਿਹੜੀ ਉਹਨਾਂ ਦੀ ਯਾਤਰਾ ਹੁੰਦੀ ਹੈ ਇਸ ਮਨੁੱਖਾ ਜਨਮ ਵਿੱਚ ਆਉਣ ਦੀ, ਇਹ ਜਿਹੜਾ ਮਨੋਰਥ ਹੁੰਦਾ ਹੈ ਮਨੁੱਖਾ ਜਨਮ ਦੇ ਅੰਦਰ ਆਉਣ ਕਰਕੇ ਤੇ ਪਰਮੇਸ਼ਰ ਦੀ ਪ੍ਰਾਪਤੀ ਦਾ, ਪੂਰੀ ਭਈ, ਉਹਨਾਂ ਦਾ ਇਹ ਮਨੋਰਥ ਪੂਰਾ ਹੋ ਜਾਂਦਾ ਹੈ, ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ ਉਸ ਅਕਾਲ ਪਰਮੇਸ਼ਰ ਦੀ। ਕਿਵੇਂ ਹੁੰਦੀ ਹੈ? ਸਿਮਰ ਵਿਧਾਤਾ, ਉਸ ਵਿਧਾਤਾ ਪਰਮੇਸ਼ਰ ਨੂੰ ਸਿਮਰ ਕੇ, ਉਸ ਦਾ ਹਰ ਵਕਤ ਸਿਮਰਨ ਕਰਕੇ ਹੀ ਇਹ ਦਾਤ ਪ੍ਰਾਪਤ ਹੋ ਸਕਦੀ ਹੈ। ਸਾਧ ਸੰਗ ਨਾਨਕ ਰੰਗ ਮਾਣਿਆ। ਫਿਰ ਜਿਨ੍ਹਾਂ ਨੇ ਸਾਧ ਸੰਗਤ ਦੇ ਅੰਦਰ ਆਣ ਕਰਕੇ ਤੇ ਪਰਮੇਸ਼ਰ ਦਾ ਰੰਗ ਮਾਣਿਆ, ਰਸ ਚਖਿਆ, ਉਸ ਪਰਮੇਸ਼ਰ ਦੇ ਨਾਮ ਦਾ ਰਸ ਪ੍ਰਾਪਤ ਕੀਤਾ, ਜਿਨ੍ਹਾਂ ਨੇ ਸਤ ਸੰਗਤ ਦੇ ਵਿੱਚ ਆਣ ਕਰਕੇ। ਘਰ ਆਇਆ ਭੂਦੇ ਗੁਰ ਆਣਿਆ। ਘਰ ਆਇਆ, ਫਿਰ ਉਹ ਜੀਵ ਆਪਣੇ ਨਿਜ ਘਰ ਦੇ ਅੰਦਰ ਸਥਿਰ ਹੋ ਜਾਂਦੇ ਹਨ। ਕਿਹੜੇ? ਜਿਹੜੇ ਸਤ ਸੰਗਤ ਵਿੱਚ ਆਣ ਕਰਕੇ ਤੇ ਪਰਮੇਸ਼ਰ ਦੇ ਹਰ ਜਸ ਸਰਵਣ ਕਰਨ ਦਾ ਰੰਗ ਪ੍ਰਾਪਤ ਕਰ ਲੈਂਦੇ ਹਨ, ਆਪਣੇ ਨਿਜ ਘਰ ਦੇ ਅੰਦਰ ਆ ਜਾਂਦੇ ਹਨ। ਕਿਉਂਕਿ ਸਤਿਗੁਰੂ ਰੋਜ਼ਾਨਾ ਹੀ ਪੁਕਾਰ ਕਰਕੇ ਕਹਿ ਰਹੇ ਹਨ ਨਾ, ਤੁਮ ਘਰ ਆਵਹੁ ਮੇਰੇ ਮੀਤ, ਤੁਮਰੇ ਦੁਖੀ ਹਰ ਆਪ ਨਿਵਾਰੇ, ਅਬਦਾ ਭਈ ਬਤੀਤ। ਇੱਕ ਸਮੇਂ ਸਾਧ ਸੰਗਤ ਕੋਈ ਜੀਵ ਆਪਣੇ ਘਰੋਂ ਵਿਦੇਸ਼ 'ਚ ਗਿਆ ਕਮਾਈ ਕਰਨ ਵਾਸਤੇ, ਘਰ ਦਾ ਗੁਜ਼ਾਰਾ ਨਹੀਂ ਸੀ ਚੱਲਦਾ।
ਉਹ ਪੂਰਾ ਕਰਨ ਵਾਸਤੇ ਪੈਸਾ ਖੱਟਣ ਵਾਸਤੇ ਗਿਆ ਵਿਦੇਸ਼ ਕੰਮ ਕਰਨ। ਉੱਥੇ ਜਾ ਕਰਕੇ ਉਸ ਦੇ ਪਾਸੋਂ ਕੋਈ ਕੁਕਰਮ ਹੋ ਗਿਆ, ਕੋਈ ਉਪਦਰਵ ਹੋ ਗਿਆ ਤੇ ਉਸ ਨੂੰ ਸਜ਼ਾ ਹੋਈ, ਜੇਲ੍ਹ ਦੇ ਅੰਦਰ ਰਹਿਣਾ ਪਿਆ। ਕਰੀਬ ਸਾਲ ਡੇਢ ਤੱਕ ਉਹ ਜੇਲ੍ਹ ਦੇ ਅੰਦਰ ਰਿਹਾ ਤੇ ਇਸ ਪ੍ਰਕਾਰ ਘਰੇ ਉਸ ਦੀ ਕੋਈ ਗੱਲਬਾਤ ਨਾ ਹੋਈ ਚਿੱਠੀ ਪੱਤਰ ਦੇ ਨਾਲ। ਤੇ ਜਿਸ ਸਮੇਂ ਉਸ ਨੂੰ ਜੇਲ੍ਹ 'ਚੋਂ ਰਿਹਾਈ ਪ੍ਰਾਪਤ ਹੋਣੀ ਸੀ ਨਾ, ਤੇ ਉਸ ਸਮੇਂ ਫਿਰ ਉਸਨੇ ਚਿੱਠੀ ਲਿਖੀ ਆਪਣੇ ਘਰ ਚਿੱਠੀ ਲਿਖ ਕਰਕੇ ਉਸ ਦੇ ਅੰਦਰ ਇਹ ਲਿਖਿਆ ਕਿ ਮੇਰੇ ਪਾਸੋਂ ਇਹ ਅਨਰਥ ਹੋਇਆ ਹੈ, ਇਹ ਕੁਕਰਮ ਮੇਰੇ ਪਾਸੋਂ ਹੋ ਗਿਆ ਸੀ, ਇਸ ਕਾਰਨ ਕਰਕੇ ਮੈਂ ਅਪਰਾਧੀ ਹਾਂ, ਮੈਨੂੰ ਸਜ਼ਾ ਦਿੱਤੀ ਹੈ ਸਰਕਾਰ ਨੇ। ਅਤੇ ਘਰ ਚਿੱਠੀ ਦੇ ਅੰਦਰ ਇਹ ਲਿਖ ਦਿੱਤਾ ਕਿ ਜੇ ਤੁਸੀਂ ਮੈਨੂੰ ਪ੍ਰਵਾਨ ਕਰਦੇ ਹੋ, ਮੈਂ ਫਲਾਣਾ ਕੁਕਰਮ ਕੀਤਾ ਹੈ, ਜੇ ਤੁਸੀਂ ਮੈਨੂੰ ਪ੍ਰਵਾਨ ਕਰਦੇ ਹੋ, ਚਾਹੁੰਦੇ ਹੋ ਕਿ ਮੈਂ ਆ ਜਾਵਾਂ, ਤਾਂ ਘਰ ਦੇ ਬਾਹਰ ਜਿਹੜਾ ਰੁੱਖ ਹੈ ਆਪਣੇ, ਉਹਦੇ ਉੱਪਰ ਇੱਕ ਚਿੱਟੇ ਰੰਗ ਦੀ ਟਾਕੀ ਬੰਨ੍ਹ ਦਿਓ। ਤੇ ਜੇਕਰ ਤੁਸੀਂ ਬੰਨੀ ਹੋਗੀ, ਮੈਂ ਸਮਝ ਲਵਾਂਗਾ ਕਿ ਤੁਸੀਂ ਮੇਰਾ ਗੁਨਾਹ ਮਾਫ਼ ਕੀਤਾ ਹੈ ਤੇ ਤੁਸੀਂ ਮੈਨੂੰ ਪ੍ਰਵਾਨ ਕੀਤਾ ਹੈ, ਤੇ ਫਿਰ ਮੈਂ ਘਰ ਆ ਜਾਵਾਂਗਾ। ਜੇ ਨਾ ਬੰਨੀ ਹੋਈ ਤਾਂ ਫਿਰ ਮੈਂ ਕੋਲੋਂ ਹੀ ਲੰਘ ਜਾਵਾਂਗਾ, ਫਿਰ ਮੈਂ ਘਰ ਵਾਪਸ ਨਹੀਂ ਆਵਾਂਗਾ, ਕਿਉਂਕਿ ਅਜਿਹਾ ਉਹਨੇ ਇੱਕ ਕੁਕਰਮ ਕਰ ਬੈਠਾ ਸੀ। ਤਾਂ ਉਹ ਟ੍ਰੇਨ ਦੇ ਅੰਦਰ ਜਿਸ ਵਕਤ ਆਇਆ, ਆਣ ਕਰਕੇ ਉਸਨੇ ਘਰ ਦੇ ਬਾਹਰ ਦੇਖਿਆ ਤੇ ਜਿਹੜਾ ਰੁੱਖ ਸੀ ਉਹ ਟਾਕੀਆਂ ਦੇ ਨਾਲ ਭਰਿਆ ਹੀ ਪਿਆ ਸੀ। ਘਰਦਿਆਂ ਨੇ ਉਹ ਟਾਕੀਆਂ ਦੇ ਨਾਲ ਭਰ ਹੀ ਦਿੱਤਾ ਸੀ ਕਿ ਭਾਵ ਕਿ ਕੋਈ ਗੱਲ ਨਹੀਂ, ਜੇਕਰ ਕੁਕਰਮ ਹੋ ਵੀ ਗਿਆ ਤਾਂ ਫਿਰ ਵੀ ਤੂੰ ਘਰ ਆ ਜਾ, ਆਪਣੇ ਘਰ ਆ, ਆਪਾਂ ਅਗਲਾ ਜੀਵਨ ਜਿਹੜਾ ਹੈ ਅੱਗੇ ਸਮਝ ਚਲੋ ਨਾ ਦਲਾਲਾ, ਪਛ ਹੈ ਜੋ ਬੀਤੀ ਸੋ ਬੀਤੀ। ਇਸ ਪ੍ਰਕਾਰ ਸਤਿਗੁਰੂ ਵੀ ਫਰਮਾ ਰਹੇ ਹਨ, ਤੁਮ ਘਰ ਆਵਹੁ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ। ਅਬਦਾ ਪਈ ਬਤੀਤ, ਜੇਕਰ ਤੇਰੇ ਪਾਸੋਂ ਕੋਈ ਕੁਕਰਮ ਹੋ ਵੀ ਗਿਆ ਇਸ ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆ, ਫਿਰ ਵੀ ਜੋ ਪਰਮੇਸ਼ਰ ਅਜਿਹਾ ਦਿਆਲਤਾ ਭਰਿਆ ਹੈ, ਸਤਿਗੁਰੂ ਅਜਿਹੀ ਦਿਆਲਤਾ ਕਰਦੇ ਹਨ, ਬਖਸ਼ਿਸ਼ ਕਰਦੇ ਹਨ। ਕੋਈ ਬਾਤ ਨਹੀਂ, ਜੇਕਰ ਤੇਰੇ ਪਾਸੋਂ ਕੋਈ ਕੁਕਰਮ ਹੋ ਗਿਆ ਨਾ, ਕੋਈ ਪਾਪ ਹੋ ਗਿਆ, ਤੂੰ ਆ ਜਾ ਘਰੇ। ਜੇਕਰ ਘਰ ਆ ਜਾਵੇਂਗਾ ਨਾ, ਆਪਣੇ ਹਿਰਦੇ ਘਰ ਅੰਦਰ, ਆਪਣੇ ਸੱਚਖੰਡ ਰੂਪੀ ਹਿਰਦੇ ਘਰ ਅੰਦਰ ਤੂੰ ਟਿਕ ਜਾਵੇਂਗਾ, ਤਾਂ ਸਤਿਗੁਰੂ ਤੇਰੇ ਫਿਰ ਸਾਰੇ ਬਖਸ਼ ਦੇਣਗੇ ਤੇਰੇ ਕੀਤੇ ਹੋਏ ਪਾਪ। ਪਰ ਇਹ ਨਹੀਂ ਕਿ ਫਿਰ ਇਹ ਪਾਪ ਬਖਸ਼ਾ ਕਰਕੇ ਤੇ ਫਿਰ ਉਸ ਕੰਮ ਵਿੱਚ ਲੱਗ ਜਾਣਾ, ਭਾਵ ਆਪਣੇ ਪਾਪ ਤੌਬਾ ਕਰਕੇ ਜੇਕਰ ਆਵੇਂਗਾ, ਛੱਡ ਕਰਕੇ ਆਵੇਂਗਾ, ਤਾਂ ਸਤਿਗੁਰੂ ਤੈਨੂੰ ਹਰ ਪ੍ਰਕਾਰ ਦੇ ਨਾਲ ਗਲੇ ਲਗਾ ਕਰਕੇ ਸਹਾਇਤਾ ਕਰਨਗੇ। ਇੱਦਾਂ ਸਤਿਗੁਰੂ ਹੁਣ ਫਰਮਾ ਰਹੇ ਹਨ ਅੱਜ ਦੇ ਮੁੱਖ ਵਾਕ ਦੇ ਅੰਦਰ ਕਿ ਜਿਨ੍ਹਾਂ ਨੇ ਸਤ ਸੰਗਤ ਦੇ ਅੰਦਰ ਆਣ ਕਰਕੇ ਆਪਣੇ ਪਾਪਾਂ ਤੋਂ ਤੌਬਾ ਕਰਕੇ ਸਤਿਗੁਰਾਂ ਦੀ ਸ਼ਰਨ ਵਿੱਚ ਆਣ ਕਰਕੇ ਤੇ ਸਤਿਗੁਰਾਂ ਦੇ ਨਾਮ ਦਾ ਰੰਗ ਮਾਣਿਆ ਹੈ, ਘਰ ਆਇਆ, ਫਿਰ ਉਹ ਆਪਣੇ ਨਿਜ ਘਰ ਦੇ ਅੰਦਰ ਆ ਜਾਂਦੇ ਹਨ। ਕਿਵੇਂ ਆਉਂਦੇ ਹਨ, ਕੌਣ ਲਿਆਉਂਦਾ ਹੈ ਉਹਨਾਂ ਨੂੰ? ਪੂਰੇ ਗੁਰ ਆਣਿਆ, ਪੂਰੇ ਸਤਿਗੁਰੂ ਜੀ ਫਿਰ ਉਹਨਾਂ ਨੂੰ ਆਪਣੇ ਘਰ ਦੇ ਅੰਦਰ, ਆਪਣੇ ਹਿਰਦੇ ਘਰ ਅੰਦਰ ਵਾਪਸ ਲਿਆ ਦਿੰਦੇ ਹਨ। ਕਿਉਂਕਿ ਇਹ ਗਿਆਨ ਇੰਦਰੀ ਹਨ ਨਾ ਜਿਹੜੇ ਜੀਵ, ਇਹਨਾਂ ਦੇ ਨਾਲ ਹੀ ਬਾਹਰ ਸੰਸਾਰ ਦੇ ਅੰਦਰ ਵਿਚਰਦਾ ਹੈ, ਪਰ ਉਹ ਇਸ ਸੰਸਾਰ ਦੇ ਅੰਦਰ ਹੀ ਆਪਣੀ ਬਿਰਤੀ ਰੱਖਦਾ ਹੈ, ਆਪਣੇ ਨਿਜ ਘਰ ਹਿਰਦੇ ਦੇ ਅੰਦਰ ਨਹੀਂ ਬਿਰਤੀ ਟਿਕਾ ਪਾਉਂਦਾ। ਸਤਿਗੁਰੂ ਫਰਮਾਉਂਦੇ ਹਨ, ਤੂੰ ਆ ਜਾ ਆਪਣੇ ਘਰ। ਤੇ ਇਸ ਪ੍ਰਕਾਰ ਜਿਹੜਾ ਸਤ ਸੰਗਤ ਵਿੱਚ ਆਣ ਕਰਕੇ ਰੰਗ ਮਾਣੇਗਾ ਨਾ ਉਸ ਪਰਮੇਸ਼ਰ ਦੇ ਹਰ ਜਸ ਦਾ, ਉਹਨਾਂ ਨੂੰ ਫਿਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਕਿਰਪਾ ਦ੍ਰਿਸ਼ਟੀ ਕਰਕੇ ਤੇ ਆਪਣੇ ਸੱਚਖੰਡ ਦੇ ਅੰਦਰ ਨਿਵਾਸ ਬਖਸ਼ਿਸ਼ ਕਰ ਦਿੰਦੇ ਹਨ। ਘਰ ਆਇਆ, ਪੂਰੇ ਗੁਰ ਆਣਿਆ, ਪੂਰੇ ਸਤਿਗੁਰੂ ਬਖਸ਼ਿਸ਼ ਕਰ ਦਿੰਦੇ ਹਨ। ਅਜਿਹੀ ਇਹ ਬਖਸ਼ਿਸ਼ ਕਿਹਨਾਂ ਤੇ ਹੁੰਦੀ ਹੈ? ਜਿਹੜੇ ਸਤ ਸੰਗਤ ਵਿੱਚ ਆਉਂਦੇ ਹਨ ਅਥਵਾ ਜਿਹੜੇ ਸਿਮਰਦੇ ਹਨ ਉਸ ਪਰਮੇਸ਼ਰ ਨੂੰ। ਪੂਰੀ ਭਾਈ ਸਿਮਰ ਵਿਧਾਤਾ ਅਤੇ ਭਏ ਮਨੋਰਥ ਸੋ ਪ੍ਰਭ ਜਾਪੇ। ਉਸ ਪਰਮੇਸ਼ਰ ਦਾ ਜਪ ਕਰਨ ਦੇ ਨਾਲ, ਉਸ ਦੇ ਸਦਾ ਨਾਮ ਜਿਹੜਾ ਸਦਾ ਰਹਿਣ ਵਾਲਾ ਹੈ, ਨਾਮ ਸੱਚਾ, ਉਸ ਦਾ ਸਿਮਰਨ ਕਰਕੇ ਹੀ ਇਹ ਦਾਤਾਂ ਪ੍ਰਾਪਤ ਹੋ ਸਕਦੀਆਂ ਹਨ, ਇਹ ਬਖਸ਼ਿਸ਼ਾਂ ਪ੍ਰਾਪਤ ਹੋ ਸਕਦੀਆਂ ਹਨ। ਜੋ ਆਪਾਂ ਚਾਹੁੰਦੇ ਹਾਂ ਕਿ ਸਾਡੀਆਂ ਵੀ ਮਨੋਕਾਮਨਾਵਾਂ, ਸਾਡੇ ਵੀ ਮਨੋਰਥ ਪੂਰੇ ਹੋ ਜਾਣ, ਇੱਕੋ ਇੱਕ ਸਾਧਨ ਹੈ ਕਿ ਉਸ ਪਰਮੇਸ਼ਰ ਦਾ ਸਿਮਰਨ ਕੀਤਾ ਜਾਵੇ। ਇਹ ਪੰਚਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ ਅੱਜ ਦੇ ਮੁੱਖ ਵਾਕ ਦੇ ਅੰਦਰ। ਸੋ ਸਾਧ ਸੰਗਤ, ਜੋ ਲੜੀਵਾਰ ਕਥਾ ਸ੍ਰੀ ਆਨੰਦ ਸਾਹਿਬ ਪੁੱਤਰ ਗੁਰਬਾਣੀ ਦੀ ਚੱਲ ਰਹੀ ਸੀ, ਉਸ ਦੀਆਂ ਕੁੱਲ 40 ਪੌੜੀਆਂ ਦੇ ਵਿੱਚੋਂ ਆਪਾਂ 15 ਪੌੜੀਆਂ ਹੁਣ ਤੱਕ ਸਰਵਣ ਕਰ ਚੁੱਕੇ ਹਾਂ, ਜੋ ਹੁਣ ਸਤਿਗੁਰੂ ਅੱਜ 16ਵੀਂ ਪੌੜੀ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ। ਪ੍ਰੇਮ ਸਹਿਤ ਸਰਵਣ ਕਰੀਏ ਜੀ। ਏਕੋ ਨਾਮਿਦਾ ਸ਼ਬਦ ਸੁਭਾਵਾ। ਸਤਿਗੁਰੂ ਸਾਹਿਬ ਫਰਮਾ ਰਹੇ ਹਨ ਕਿ ਸਤਿਗੁਰਾਂ ਨੇ ਪਿੱਛੇ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ ਸੀ ਨਾ ਕੱਲ੍ਹ ਦੇ ਦੀਵਾਨਾਂ ਅੰਦਰ ਕਿ ਇਹ ਪਰਮੇਸ਼ਰ ਜਿਹੜੇ ਤੁਹਾਡੇ ਭਗਤ ਹਨ,
ਉਹਨਾਂ ਦੀ ਚਾਲ ਚੱਲਣ, ਉਹਨਾਂ ਦੀ ਚਾਲ, ਉਹਨਾਂ ਦੀ ਰਹਿਤ ਮਰਿਆਦਾ ਇਸ ਸੰਸਾਰ ਦੇ ਨਾਲੋਂ ਵੱਖਰੀ ਹੁੰਦੀ ਹੈ। ਉਹਨਾਂ ਦਾ ਮਾਰਗ ਵਿਖੜਾ ਹੁੰਦਾ ਹੈ, ਕਿਉਂਕਿ ਉਹਨਾਂ ਨੇ ਇਹ ਲੱਭ, ਲੋਭ, ਅਹੰਕਾਰ ਸਾਰਾ ਕੁਝ ਛੱਡ ਕਰਕੇ ਫਿਰ ਪਰਮੇਸ਼ਰ ਦੇ ਮਾਰਗ 'ਤੇ ਚੱਲਣਾ ਹੁੰਦਾ ਹੈ, ਫਿਰ ਭਗਤੀ ਦੇ ਮਾਰਗ 'ਤੇ ਚੱਲਣਾ ਹੁੰਦਾ ਹੈ ਉਹਨਾਂ ਨੇ। ਇਸ ਕਰਕੇ ਉਹਨਾਂ ਦਾ ਮਾਰਗ ਬੜਾ ਵਿਖੜਾ ਹੈ। ਅਤੇ ਜਿਉਂ ਤੂੰ ਚਲਾਏ ਤਿਵੇਂ ਚੱਲਦਾ ਹੈ ਸੁਆਮੀ। ਅਤੇ ਜਿਵੇਂ ਤੁਸੀਂ ਜਿਨ੍ਹਾਂ 'ਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਇਸ ਭਗਤੀ ਦੇ ਮਾਰਗ 'ਤੇ ਤੁਸੀਂ ਚਲਾਉਂਦੇ ਹੋ, ਉਹੀ ਚੱਲ ਸਕਦੇ ਹਨ। ਕਿਸੇ ਦੀ ਆਪੋ ਸੱਤਾ ਨਹੀਂ ਕਿ ਆਪਣੀ ਮਰਜ਼ੀ ਦੇ ਨਾਲ ਇਸ ਭਗਤੀ ਦੇ ਵਿਖਮ ਕਰੜੇ ਕਠਿਨ ਮਾਰਗ ਤੇ ਖੰਨਿਓ ਤਿੱਖੀ ਬਹੁਤ ਪਈਣੀ, ਐਸੇ ਮਾਰਗ 'ਤੇ ਚੱਲ ਸਕੇ ਕਿਸੇ ਦੀ ਸਮਰੱਥਾ ਨਹੀਂ। ਕਹਿ ਨਾਨਕ ਸੱਚੇ ਸਾਹਿਬ, ਜਿਉਂ ਭਾਵੈ ਤਿਵੇਂ ਚਲਾਵੇ। ਜਿਵੇਂ ਤੁਸੀਂ ਭਾਉਂਦੇ, ਜਿਹੜੇ ਤੁਹਾਨੂੰ ਭਾਉਂਦੇ ਹਨ, ਜਿਨ੍ਹਾਂ 'ਤੇ ਤੁਸੀਂ ਕਿਰਪਾ ਕਰਦੇ ਹੋ, ਉਹੀ ਇਸ ਭਗਤੀ ਦੇ ਮਾਰਗ 'ਤੇ ਚੱਲ ਸਕਦੇ ਹਨ। ਅਤੇ ਅੱਜ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ 16ਵੀਂ ਪੌੜੀ ਦੇ ਅੰਦਰ, ਇਹੋ ਸੋਹਿਲਾ ਸ਼ਬਦ ਸੁਹਾਵਾ। ਜਿਹੜਾ ਇਹ ਸੋਹਿਲਾ ਹੈ ਨਾ, ਸੋਹਿਲੇ ਗਾਉਣੇ, ਕੀਰਤੀ ਗਾਉਣੀ, ਜਿਹੜਾ ਆਨੰਦ ਸਾਹਿਬ ਪਵਿੱਤਰ ਗੁਰਬਾਣੀ ਹੈ, ਸ਼ਬਦ ਸੁਹਾਵਾ, ਇਹ ਸਤਿਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਸੁਹਾਵਾ ਸੋਭਨੀਕ ਹੋ ਰਿਹਾ ਹੈ। ਸਬਦੋ ਸੁਹਾਵਾ ਸਦਾ ਸੁਹੇਲਾ। ਸਦਾ ਸੋਹਿਲਾ, ਜਿਹੜਾ ਸਦਾ ਸੋਹਿਲੇ ਗਾਉਣੇ ਪਰਮੇਸ਼ਰ ਦੇ, ਅਥਵਾ ਸੋਹਿਲਾ ਜਿਹੜਾ ਆਨੰਦ ਸਰੂਪ ਹੈ, ਅਥਵਾ ਜਿਹੜੀ ਇਹ ਪਵਿੱਤਰ ਗੁਰਬਾਣੀ ਸ੍ਰੀ ਆਨੰਦ ਸਾਹਿਬ ਹੈ, ਸਬਦੋ ਸੁਹਾਵਾ, ਸਤਿਗੁਰਾਂ ਦੇ ਸ਼ਬਦ ਕਰਕੇ, ਸਤਿਗੁਰਾਂ ਦੇ ਉਪਦੇਸ਼ ਕਰਕੇ ਇਹ ਗੁਰਬਾਣੀ ਸੁਹਾਵਾ ਸੋਭਨੀਕ ਹੋ ਰਹੀ ਹੈ, ਸ਼ੋਭਾ ਪਾ ਰਹੀ ਹੈ। ਸਤਿਗੁਰੂ ਸੁਨਾਇਆ, ਇਹ ਕਿਰਪਾ ਕੀਤੀ ਹੈ ਸਤਿਗੁਰਾਂ ਨੂੰ, ਸਤਿਗੁਰਾਂ ਨੇ ਕਿਰਪਾ ਕਰਕੇ ਇਹ ਸੁਣਾਉਣਾ ਕੀਤਾ ਹੈ, ਉਪਦੇਸ਼ ਬਖਸ਼ਿਸ਼ ਕੀਤਾ ਹੈ ਇਸ ਆਨੰਦ ਸਾਹਿਬ ਗੁਰਬਾਣੀ ਅੰਦਰ। ਇਹੋ ਤਿਨ ਕੈ ਮਨ ਵਸਿਆ। ਇਹ ਜਿਹੜਾ ਸੋਹਿਲਾ ਗਾਉਣਾ ਹੈ ਪਰਮੇਸ਼ਰ ਦਾ, ਅਥਵਾ ਸੋਹਿਲਾ ਗਾ ਕਰਕੇ ਤੇ ਆਨੰਦ ਪ੍ਰਾਪਤ ਕਰਨਾ ਹੈ, ਇਸ ਆਨੰਦ ਸਾਹਿਬ ਪਵਿੱਤਰ ਗੁਰਬਾਣੀ ਤਿਨ ਕੈ ਮਨ ਵਸਿਆ। ਇਹ ਉਹਨਾਂ ਦੇ ਹਿਰਦੇ ਅੰਦਰ ਹੀ ਇਹ ਸ਼ਬਦ ਸਤਿਗੁਰਾਂ ਦਾ ਵਸਿਆ ਹੈ। ਜਿਨ ਧੁਰੋਂ ਲਿਖਿਆ ਆਇਆ, ਜਿਨ੍ਹਾਂ ਦੇ ਮਸਤਕ ਉੱਤੇ ਧੁਰੋਂ ਹੀ ਨਿਸ਼ਕਾਮ ਕਰਮ ਲਿਖੇ ਹੋਣ, ਨਿਸ਼ਕਾਮ ਕਰਮ ਕੀਤੇ ਹੋਣ ਕਰਕੇ ਤੇ ਉਹਨਾਂ ਦੇ ਧੁਰ ਮਸਤਕ ਦੇ ਉੱਪਰ ਲਿਖਿਆ ਹੋਵੇ, ਉਹਨਾਂ ਨੂੰ ਇਹ ਪ੍ਰਾਪਤੀ ਹੁੰਦੀ ਹੈ ਇਸ ਜਨਮ ਦੇ ਅੰਦਰ। ਇਹ ਫਲ ਰੂਪ ਅੰਦਰ ਉਹਨਾਂ ਨੂੰ ਫਿਰ ਮਿਲ ਜਾਂਦਾ ਹੈ। ਉਹਨਾਂ ਦਾ ਜਿਹੜਾ ਮਨ ਹੈ, ਉੱਥੇ ਫਿਰ ਮਨ ਦੇ ਅੰਦਰ ਇਹ ਪਰਮੇਸ਼ਰ ਦਾ ਨਾਮ, ਸ਼ਬਦ, ਸੋਹਿਲਾ, ਜਿਹੜਾ ਸੋਹਿਲਾ ਹੈ, ਕੀਰਤੀ ਹੈ ਪਰਮੇਸ਼ਰ ਦੀ, ਉਹਨਾਂ ਦੇ ਮਨ ਦੇ ਅੰਦਰ ਵਸ ਜਾਂਦੀ ਹੈ। ਫਿਰ ਹੈ ਕਨੇਰੇ ਕਰਹਿ ਗੱਲਾਂ, ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ। ਇੱਕ ਜੀਵ ਤੁਰੇ ਫਿਰਦੇ ਹਨ, ਕਨੇਰੇ ਬਥੇਰੇ ਹੀ ਬਹੁਤ ਹੀ ਤੁਰੇ ਫਿਰਦੇ ਹਨ, ਕਰਹਿ ਗੱਲਾਂ ਕਰਦੇ ਹਨ ਕਿ ਪਰਮੇਸ਼ਰ ਦੀ ਇਸ ਪ੍ਰਕਾਰ ਪ੍ਰਾਪਤੀ ਹੋਵੇਗੀ, ਕਿ ਪਰਮੇਸ਼ਰ ਇਸ ਤਰ੍ਹਾਂ ਰੀਝਦਾ ਹੈ। ਜੇਕਰ ਕੇਵਲ ਗੱਲਾਂ ਹੀ ਕਰਦੇ ਹਨ ਨਾ, ਤਾਂ ਸਤਿਗੁਰੂ ਫਰਮਾਉਂਦੇ ਹਨ, ਗਲੀ ਕਿਨੈ ਨਾ ਪਾਇਆ। ਗੱਲੀ ਕਿਨੈ ਨਾ ਪਾਇਆ। ਜੇ ਕੱਲੀਆਂ ਉਹ ਗੱਲਾਂ ਮਾਤਰ ਹੀ ਕਰਦੇ ਹਨ, ਫਿਰ ਸਤਿਗੁਰੂ ਫਰਮਾਉਂਦੇ ਗੱਲਾਂ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸਮਸਰ ਜਾਣੈ ਜੋਗੀ ਕਹੀਐ ਸੋਈ। ਸਤਿਗੁਰੂ ਫਰਮਾਉਂਦੇ ਗੱਲਾਂ ਦੇ ਨਾਲ ਜੋਗ ਉਸ ਪਰਮੇਸ਼ਰ ਦੇ ਨਾਲ ਜੁੜਨਾ ਨਹੀਂ ਹੋ ਸਕਦਾ। ਗੱਲੀ ਕਿਨੈ ਨਾ ਪਾਇਆ, ਗੱਲਾਂ ਦੇ ਨਾਲ ਬਥੇਰੀਆਂ ਗੱਲਾਂ ਕਰ ਲੈਣੀਆਂ, ਬੜਿਆ ਗਿਆਨ ਦੀਆਂ ਗੱਲਾਂ ਕਰਨੀਆਂ, ਗਿਆਨ ਝਾੜਨਾ, ਗਿਆਨ ਪੜ੍ਹ ਕਰਕੇ ਗੱਲੀ ਕਿਨੈ ਨਾ ਪਾਇਆ। ਗੱਲਾਂ ਦੇ ਨਾਲ ਉਸ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਜੇਕਰ ਉਸ ਦਾ ਸਿਮਰਨ ਨਾ ਕੀਤਾ ਹੋਵੇ। ਕੇਵਲ ਸਿਮਰਨ ਕਰਨ ਦੇ ਨਾਲ ਹੀ ਪ੍ਰਾਪਤੀ ਹੋ ਸਕਦੀ ਹੈ। ਇੱਕ ਫਿਰ ਹੈ ਕਨੇਰੇ, ਬਥੇਰੇ ਜੀਵ ਇਸ ਸੰਸਾਰ ਦੇ ਅੰਦਰ ਬਥੇਰੀਆਂ ਗੱਲਾਂ ਕਰਦੇ ਫਿਰਦੇ ਹਨ, ਕੇਵਲ ਗੱਲਾਂ ਹੀ ਕਰਦੇ ਹਨ, ਉਹਨਾਂ ਦੀ ਕਮਾਈ ਨਹੀਂ ਕੋਈ ਉਹਨਾਂ ਪਾਸ। ਤੇ ਜੇਕਰ ਕੋਈ ਕਮਾਈ ਨਹੀਂ, ਭਗਤੀ ਦੀ ਕਮਾਈ ਉਹਨਾਂ ਨੇ ਨਹੀਂ ਕੀਤੀ, ਤਾਂ ਉਹਨਾਂ ਨੂੰ ਫਿਰ ਇਹ ਪ੍ਰਾਪਤੀ ਨਹੀਂ ਹੋ ਸਕਦੀ ਕੇਵਲ ਗੱਲਾਂ ਨਾਲ। ਕਹਿ ਨਾਨਕ ਸ਼ਬਦ ਸੁਹੇਲਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੀਸਰੇ ਸਰੂਪ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਫਰਮਾ ਰਹੇ ਹਨ, ਸ਼ਬਦ ਸੁਹੇਲਾ, ਜਿਹੜਾ ਇਹ ਸੁਹੇਲਾ ਹੈ, ਕੀਰਤੀ ਹੈ ਪਰਮੇਸ਼ਰ ਦੀ, ਅਤੇ ਜਿਹੜਾ ਆਨੰਦ ਸਾਹਿਬ ਪਵਿੱਤਰ ਗੁਰਬਾਣੀ ਹੈ, ਉਸ ਸਤਿਗੁਰੂ ਸ਼ਬਦ ਸੁਹੇਲਾ ਜਿਹੜਾ ਉਪਦੇਸ਼ ਕਰਕੇ ਇਹ ਸਤਿਗੁਰਾਂ ਨੇ ਉਪਦੇਸ਼ ਰੂਪ ਅੰਦਰ ਫਰਮਾਈ ਹੈ। ਸਤਿਗੁਰਾਂ ਨੇ ਸੁਣਾਉਣਾ ਕੀਤਾ ਹੈ, ਸਾਨੂੰ ਇਹ ਬਖਸ਼ਿਸ਼ ਕੀਤੀ ਹੈ ਇਸ ਆਨੰਦ ਸਾਹਿਬ ਗੁਰਬਾਣੀ ਦੀ ਦਾਤ। ਹੋਏ ਸੇ ਜਨਾ ਦਿਲੀ ਹਰਿ ਧਿਆਇਆ। ਜਿਨ੍ਹਾਂ ਨੇ ਹਰੀ ਪਰਮੇਸ਼ਰ ਨੂੰ ਧਿਆਉਣਾ ਕੀਤਾ, ਸਿਮਰਨ ਕਰਨਾ ਕੀਤਾ ਉਸ ਦਾ, ਜਿਨੀ ਹਰਿ ਧਿਆਇਆ, ਜਿਨ੍ਹਾਂ ਨੇ ਉਹਨੂੰ ਧਿਆਉਣਾ ਕੀਤਾ,
ਪਵਿੱਤ ਹੋਏ ਸੇ ਜਨਾ, ਉਹ ਫਿਰ ਪਵਿੱਤਰ ਹੋ ਗਏ। ਉਹਨਾਂ ਦਾ ਹਿਰਦਾ ਪਵਿੱਤਰ ਹੋ ਗਿਆ, ਉਹਨਾਂ ਦਾ ਮਨ ਪਵਿੱਤਰ ਹੋ ਗਿਆ, ਉਹਨਾਂ ਦੀ ਜਿਹੜੀ ਆਤਮਾ ਉਹ ਪਵਿੱਤਰ ਹੋ ਗਈ। ਕਿਉਂਕਿ ਆਤਮਾ ਜਿਹੜੀ ਹੈ ਇਸ ਮਨ ਕਾ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆਹੋ, ਉਹ ਪਵਿੱਤਰ ਨਹੀਂ ਹੋ ਪਾਉਂਦੇ। ਉਹਨਾਂ ਦਾ ਹਿਰਦਾ ਜਿਹੜਾ ਹੈ ਵਾਸ਼ਨਾ ਦੇ ਨਾਲ, ਰਸਾ ਕਸਾ ਦੀਆਂ ਵਾਸ਼ਨਾਵਾਂ ਦੇ ਨਾਲ ਉਹ ਮਲੀਨ ਹੋਇਆ ਰਹਿੰਦਾ ਹੈ। ਤੇ ਉਸ ਪਵਿੱਤਰ ਕਿਵੇਂ ਹੁੰਦਾ ਹੈ? ਜਿਨੀ ਹਰ ਧਿਆਇਆ, ਜਿਹੜੇ ਉਸ ਪਰਮੇਸ਼ਰ ਨੂੰ ਧਿਆਉਂਦੇ ਹਨ, ਉਸ ਦਾ ਧਿਆਨ ਧਰਦੇ ਹਨ, ਉਸ ਪਰਮੇਸ਼ਰ ਦਾ ਸਿਮਰਨ ਕਰਦੇ ਹਨ, ਕੇਵਲ ਉਹੀ ਪਵਿੱਤ ਹੋਏ, ਉਹੀ ਪਵਿੱਤਰ ਹੁੰਦੇ ਹਨ। ਮਨ ਸ਼ੁੱਧ ਹੋ ਜਾਂਦਾ ਹੈ ਉਹਨਾਂ ਦਾ। ਹਰ ਧਿਆਇਆ ਪਵਿੱਤ ਹੋਈ ਗੁਰਮੁਖ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਹਰ ਧਿਆਇਆ, ਜਿਨ੍ਹਾਂ ਨੇ ਹਰੀ ਪਰਮੇਸ਼ਰ ਨੂੰ ਧਿਆਉਣਾ ਕੀਤਾ, ਉਹ ਪਵਿੱਤ ਹੋ ਗਏ। ਉਹਨਾਂ ਦੇ ਮਨ ਪਵਿੱਤਰ, ਆਤਮਾ ਪਵਿੱਤਰ ਸਰੂਪ ਹੋ ਗਈ। ਤੇ ਗੁਰਮੁਖ ਜਿਨੀ ਧਿਆਇਆ, ਫਿਰ ਜਿਨ੍ਹਾਂ ਨੇ ਗੁਰੂ ਦੇ ਮੁਖ ਹੋ ਕਰਕੇ, ਸਨਮੁਖ ਹੋ ਕਰਕੇ, ਗੁਰਮੁਖ ਸਨਮੁਖ ਮਨਮੁਖ ਵੇਮੁਖੀਆ, ਜਿਹੜੇ ਗੁਰਮੁਖਾਂ ਨੂੰ ਸਤਿਗੁਰਾਂ ਦੇ ਸਨਮੁਖ ਹੋ ਕਰਕੇ, ਸਤਿਗੁਰਾਂ ਦਾ ਬਚਨ ਮੰਨ ਕਰਕੇ ਆਪਣਾ ਜੀਵਨ ਫਿਰ ਸਫਲਾ ਕਰ ਲੈਂਦੇ ਹਨ। ਜਿਨ੍ਹਾਂ ਨੇ ਸਤਿਗੁਰਾਂ ਦਾ ਬਚਨ ਮੰਨ ਕਰਕੇ ਤੇ ਉਸ ਪਰਮੇਸ਼ਰ ਦਾ ਸਿਮਰਨ ਕਰਨਾ ਕੀਤਾ, ਗੁਰਮੁਖ ਜਿਨੀ ਧਿਆਇਆ, ਜਿਨ੍ਹਾਂ ਨੇ ਧਿਆਉਣਾ ਕੀਤਾ ਉਸ ਪਰਮੇਸ਼ਰ ਨੂੰ, ਉਹ ਪਵਿੱਤਰ ਹੋ ਗਏ ਉਸ ਪਰਮੇਸ਼ਰ ਨੂੰ ਧਿਆਉਣ ਦੇ ਨਾਲ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ, ਫਿਰ ਸਹਿਤ ਸਿਓ, ਫਿਰ ਉਹਨਾਂ ਦਾ ਜਿਹੜੇ ਸਿਮਰਨ ਕਰਦੇ ਹਨ ਪਰਮੇਸ਼ਰ ਦਾ, ਉਸ ਦਾ ਧਿਆਨ ਧਰਦੇ ਹਨ ਹਰ ਵਕਤ। ਫਿਰ ਉਹਨਾਂ ਦਾ ਜਿਹੜਾ ਪਰਿਵਾਰ ਹੈ ਪਵਿੱਤ, ਮਾਤਾ ਪਿਤਾ, ਉਹਨਾਂ ਦੇ ਮਾਤਾ ਪਿਤਾ ਵੀ ਪਵਿੱਤਰ ਹੁੰਦੇ ਹਨ, ਸਫਲੇ ਹੋ ਜਾਂਦੇ ਹਨ। ਤੇ ਕੁਟੰਬ, ਜਿਹੜਾ ਉਹਨਾਂ ਦਾ ਪਰਿਵਾਰ ਹੈ, ਅਤੇ ਸਹਿਤ, ਕੁਟੰਬ ਸਹਿਤ, ਪਰਿਵਾਰ ਦੇ ਸਹਿਤ, ਅਤੇ ਸਿਉ, ਜਿਹੜੇ ਉਹਨਾਂ ਦੇ ਪੁੱਤਰ ਪੋਤਰੇ ਹਨ, ਉਹ ਵੀ ਸਾਰੇ ਇਸ ਨਾਮ ਦੀ ਐਸੀ ਬਖਸ਼ਿਸ਼ ਹੈ, ਐਸੀ ਬਰਕਤ ਹੈ ਕਿ ਇੱਕ ਜੀਵ ਜਪ ਲਵੇ ਉਸ ਪਰਮੇਸ਼ਰ ਦਾ ਨਾਮ ਇੱਕ ਚਿੱਤ ਹੋ ਕਰਕੇ। ਏਕ ਚਿੱਤ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਐਸਾ ਜਿਹੜਾ ਜੀਵ ਇੱਕ ਚਿੱਤ ਹੋ ਕਰਕੇ ਜੇਕਰ ਪਰਮੇਸ਼ਰ ਦਾ ਸਿਮਰਨ ਕਰ ਲਵੇ, ਉਸ ਦੇ ਮਾਤਾ ਪਿਤਾ, ਪਰਿਵਾਰ, ਪੁੱਤਰ ਆਦਿਕ ਸਾਰੇ ਹੀ ਪਵਿੱਤਰ ਸਫਲੇ ਹੋ ਜਾਂਦੇ ਹਨ। ਪਵਿੱਤ ਸੰਗਤ ਸਭਾਈਆ, ਅਤੇ ਸੰਗਤ ਜਿਹੜੀ ਉਹਨਾਂ ਦੇ ਨਾਲ, ਜਿਹੜੇ ਸੰਗਤ ਉਹਨਾਂ ਦੀ ਕਰਦੇ ਹਨ, ਉਹ ਸਭਾਈਆ ਸਾਰੇ ਹੀ ਫਿਰ ਇਸ ਪ੍ਰਕਾਰ ਉਹ ਪਵਿੱਤਰ ਹੋ ਜਾਂਦੇ ਹਨ। ਪਵਿੱਤ ਮਾਤਾ, ਜਿਹੜੇ ਗੁਣ ਹਨ ਨਾ, ਇਹਨਾਂ ਦੇ ਹਿਰਦੇ ਅੰਦਰ ਜਿਹੜੇ ਜਪਦੇ ਹਨ ਪਰਮੇਸ਼ਰ ਨੂੰ, ਇਹ ਗੁਣ ਉਹਨਾਂ ਦੇ ਹਿਰਦੇ ਅੰਦਰ ਆ ਜਾਂਦੇ ਹਨ। ਕਿਹੜੇ? ਮਾਤਾ, ਜਿਹੜਾ ਖਿਮਾ ਕਰਨਾ, ਮਾਤਾ ਰੂਪ ਖਿਮਾ ਕਰਨ ਦਾ ਗੁਣ, ਅਤੇ ਪਿਤਾ, ਜਿਹੜਾ ਸੰਜਮ ਰੱਖਣਾ, ਪਿਤਾ ਰੂਪ ਸੰਜਮ ਰੱਖਣ ਵਾਲਾ ਗੁਣ ਉਹਨਾਂ ਦੇ ਅੰਦਰ ਆ ਟਿਕਦਾ ਹੈ। ਕੁਟੰਬ, ਜਿਹੜਾ ਵਿਵੇਕ ਰੱਖਣਾ ਆਦਿਕ, ਇਹ ਕੁਟੰਬ ਪਰਿਵਾਰ ਰੂਪ ਇਹ ਉਹਨਾਂ ਦੇ ਅੰਦਰ ਗੁਣ ਆ ਜਾਂਦਾ ਹੈ। ਅਤੇ ਸਹਿਤ ਸਿਉ, ਜਿਹੜੇ ਸਹਿਤ, ਜਿਹੜੇ ਪੁੱਤਰ ਹਨ, ਪੁੱਤਰ ਭਾਵ ਵੈਰਾਗ, ਇਹ ਉਹਨਾਂ ਦੇ ਅੰਦਰ ਗੁਣ, ਉਹਨਾਂ ਦੇ ਜਿਹੜੇ ਹਨ, ਇਹ ਵੀ ਉਹਨਾਂ ਦੇ ਅੰਦਰ ਆਣ ਕਰਕੇ ਤੇ ਇਹ ਪਵਿੱਤਰ ਹੋ ਜਾਂਦੇ ਹਨ। ਇਹ ਗੁਣਾਂ ਦੇ ਧਾਰਨੀ ਐਸੇ ਜੀਵ ਹੋ ਜਾਂਦੇ ਹਨ ਜਿਹੜੇ ਉਸ ਪਰਮੇਸ਼ਰ ਦਾ ਸਿਮਰਨ ਕਰਦੇ ਹਨ, ਉਸ ਨੂੰ ਧਿਆਉਂਦੇ ਹਨ। ਕਹਦੇ ਪਵਿੱਤ ਸੁਣਦੇ ਪਵਿੱਤ, ਕਹਿੰਦੇ ਪਵਿੱਤ, ਉਸ ਪਰਮੇਸ਼ਰ ਦਾ ਨਾਮ ਕਹਿਣ ਵਾਲੇ, ਉਸ ਵਾਹਿਗੁਰੂ ਦਾ ਹਰ ਜਸ ਕਹਿਣ ਵਾਲੇ, ਉਚਾਰਨ ਵਾਲੇ ਪਵਿੱਤਰ ਹਨ। ਇਸ ਪ੍ਰਕਾਰ ਹੋ ਜਾਂਦੇ ਹਨ। ਅਤੇ ਸੁਣਦੇ ਪਵਿੱਤ, ਉਸ ਪਰਮੇਸ਼ਰ ਦਾ ਹਰ ਜਸ ਸੁਣਨ ਵਾਲੇ ਵੀ ਬਰਾਬਰ ਹੀ ਪਵਿੱਤਰ ਹੁੰਦੇ ਹਨ। ਜਿਸ ਪ੍ਰਕਾਰ ਆਪਾਂ ਸਤ ਸੰਗਤ ਦੇ ਵਿੱਚ ਆਣ ਕਰਕੇ, ਇੱਕ ਹੁੰਦਾ ਹੈ ਜੋ ਪਰਮੇਸ਼ਰ ਦਾ ਜਸ ਉਚਾਰਦਾ ਹੈ, ਕਥਾ ਉਚਾਰਦਾ ਹੈ, ਤੇ ਇੱਕ ਹੁੰਦੇ ਹਨ ਜਿਹੜੇ ਪਰਮੇਸ਼ਰ ਦਾ ਜਸ ਉਚਾਰੇ ਹੋਏ ਨੂੰ ਫਿਰ ਸਰਵਣ ਕਰਦੇ ਹਨ। ਸਤਿਗੁਰੂ ਫਰਮਾਉਂਦੇ ਇਹ ਦੋਵੇਂ ਹੀ ਪਵਿੱਤਰ ਹੋ ਜਾਂਦੇ ਹਨ, ਸੁਣਨ ਵਾਲੇ ਵੀ ਅਤੇ ਕਹਿਣ ਵਾਲੇ ਵੀ। ਅਸਵਾ ਇਸ ਪ੍ਰਕਾਰ ਪਰਮੇਸ਼ਰ ਦਾ ਆਪ ਹੀ ਜੇਕਰ ਆਪਾਂ ਉਚਾਰਨ ਕਰੀਏ, ਸਿਮਰਨ ਕਰੀਏ, ਹਰ ਜਸ ਉਚਾਰਨ ਕਰਕੇ ਜੇ ਆਪ ਹੀ ਸੁਣੀਏ, ਤੇ ਇਸ ਪ੍ਰਕਾਰ ਦੋਵੇਂ ਤਰੀਕਿਆਂ ਨਾਲ ਹੀ ਉਹ ਇਹ ਪਵਿੱਤਰ ਹੋ ਜਾਂਦੀ ਹੈ ਆਤਮਾ, ਇਹ ਜੀਵ ਪਵਿੱਤਰ ਹੋ ਸਕਦਾ ਹੈ। ਜਿਨੀ ਮਨ ਵਸਾਇਆ, ਅਤੇ ਉਹ ਜੀਵ ਸ੍ਰੇਸ਼ਟ ਕਰਕੇ ਪਵਿੱਤਰ ਹੋ ਜਾਂਦੇ ਹਨ ਜਿਨ੍ਹਾਂ ਨੇ ਮਨ ਵਿੱਚ ਵਸਾ ਲਿਆ ਉਸ ਪਰਮੇਸ਼ਰ ਨੂੰ। ਪਰਮੇਸ਼ਰ ਨੂੰ ਮਨ ਦੇ ਵਿੱਚ ਵਸਾਉਣਾ ਹੈ, ਸਿਮਰ ਸਿਮਰ ਕੇ, ਉਸ ਦਾ ਬਾਰ-ਬਾਰ ਸਿਮਰਨ ਕਰਕੇ, ਇਸ ਤਰੀਕੇ ਦੇ ਨਾਲ ਉਹ ਮਨ ਦੇ ਅੰਦਰ ਉਤਰ ਜਾਵੇਗਾ, ਵਸ ਜਾਵੇਗਾ, ਤੇ ਉਹ ਫਿਰ ਸ੍ਰੇਸ਼ਟ ਪਵਿੱਤਰ ਹੋ ਜਾਣਗੇ ਜੀਵ। ਕਹਿ ਨਾਨਕ ਤੇ ਪਵਿੱਤ, ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਫਰਮਾ ਰਹੇ ਹਨ, ਸੇ ਪਵਿੱਤ, ਉਹ ਜੀਵ ਪਵਿੱਤਰ ਹਨ ਜਿਨੀ ਗੁਰਮੁਖ ਹਰ ਹਰ ਧਿਆਇਆ, ਜਿਨ੍ਹਾਂ ਨੇ ਗੁਰਮੁਖ, ਗੁਰਾਂ ਦੇ ਸਨਮੁਖ ਹੋ ਕਰਕੇ
ਸਤਿਗੁਰਾਂ ਦੇ ਕਹੇ ਅਨੁਸਾਰ ਬਚਨ ਮੰਨ ਕਰਕੇ ਹਰ ਹਰ ਜਿਹੜਾ ਹਰੀ ਪਰਮੇਸ਼ਰ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਉਸ ਨੂੰ ਧਿਆਇਆ। ਜਿਨੀ ਗੁਰਮੁਖ ਹਰ ਹਰ ਧਿਆਇਆ, ਸਤਿਗੁਰਾਂ ਦੇ ਸਨਮੁਖ ਹੋ ਕਰਕੇ ਸਤਿਗੁਰਾਂ ਦਾ ਬਚਨ ਮੰਨ ਕਰਕੇ ਸਤਿਗੁਰੂ ਫਰਮਾਉਂਦੇ ਹਨ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰਿ ਨਾਮ ਧਿਆਵੈ। ਪੀਵਹੁ ਪਾਹੁਲ ਖੰਡ ਧਾਰ, ਹੋਏ ਜਨਮ ਸੁਹੇਲਾ। ਐਸੇ ਬਚਨ ਸਤਿਗੁਰੂ ਫਰਮਾਉਂਦੇ ਹਨ। ਕਾਮ ਕ੍ਰੋਧ ਸੰਗ ਕਬਹੂ ਨਾ ਬਹੋ, ਇਹ ਸਤਿਗੁਰੂ ਫਰਮਾਉਂਦੇ ਹਨ। ਸਾਬਤ ਸੂਰਤ ਦਸਤਾਰ ਸਿਰਾ, ਇਹ ਸਤਿਗੁਰੂ ਫਰਮਾਉਂਦੇ ਹਨ। ਤੇ ਜਿਹੜੇ ਫਿਰ ਸਤਿਗੁਰਾਂ ਦਾ ਬਚਨ ਮੰਨ ਕੇ ਸਤਿਗੁਰਾਂ ਦੀ ਦੱਸੀ ਹੋਈ ਰਹਿਤ ਮਰਿਆਦਾ ਅਨੁਸਾਰ ਅੰਮ੍ਰਿਤ ਦੀ ਦਾਤ, ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਰਹਿਤ ਮਰਿਆਦਾ ਅਨੁਸਾਰ ਆਪਣਾ ਜੀਵਨ ਬਸ਼ਰ ਕਰਦੇ ਹਨ, ਉਹ ਫਿਰ ਸਤਿਗੁਰਾਂ ਦਾ ਬਚਨ ਮੰਨ ਕੇ ਇਸ ਤਰੀਕੇ ਨਾਲ ਪਵਿੱਤਰ ਹੋ ਜਾਂਦੇ ਹਨ। ਸਤਿਗੁਰਾਂ ਦਾ ਬਚਨ ਮੰਨ ਕੇ ਪਰਮੇਸ਼ਰ ਨੂੰ ਧਿਆਉਣ ਕਰਕੇ ਉਸ ਦਾ ਸਿਮਰਨ ਅਤੇ ਨਿਤਨੇਮ ਕਰਨ ਕਰਕੇ ਉਹ ਪਵਿੱਤਰ ਹੋ ਜਾਂਦੇ ਹਨ। ਉਹਨਾਂ ਦੇ ਜੀਵਨ ਮੈਲ ਜਿਹੜੀ ਉਤਰ ਜਾਂਦੀ ਹੈ ਵਿਕਾਰਾਂ ਦੀ। ਕਰਮੀ ਸਹਿਜ ਨ ਉਪਜੈ। ਕਰਮੀ ਜਿਹੜੇ ਸਕਾਮ ਕਰਮ ਕਰਨੇ ਹਨ ਨਾ, ਕਾਮਨਾ ਦੇ ਸਹਿਤ ਜਿਹੜੇ ਕਾਰਜ ਕਰਨੇ ਹਨ, ਕੋਈ ਕਾਰਜ ਭਾਵ ਕਿ ਕੋਈ ਪਾਠ ਕਰ ਲਿਆ, ਕੋਈ ਇਤਨੇ ਗਿਣਤੀ ਦੇ ਪਾਠ ਕਰ ਲਏ ਕਿ ਸਾਨੂੰ ਫਲਾਣਾ ਕਾਰਜ ਸਾਡਾ ਪੂਰਾ ਹੋ ਜਾਵੇ। ਸਤਿਗੁਰਾਂ ਦੇ ਦਰ ਤੇ ਉੱਪਰ ਆਣ ਕਰਕੇ ਸੇਵਾ ਕਰ ਲਈ, ਤੱਪੜ ਝਾੜਨ ਦੀ, ਝਾੜੂ ਫੇਰਨ ਦੀ ਸੇਵਾ ਕਰ ਲਈ ਕਿ ਸਾਨੂੰ ਫਲਾਣੀ ਦਾਤ ਮਿਲ ਜਾਵੇ, ਸਾਨੂੰ ਕੋਈ ਹੋਰ ਦਾਤ ਮਿਲ ਜਾਵੇ ਨਾਮ ਤੋਂ ਇਲਾਵਾ, ਤਾਂ ਇਹ ਸਤਿਗੁਰ ਫਰਮਾਉਂਦੇ ਹਨ ਸਹਿਜ ਨਾ ਉਪਜੈ। ਇਹਨਾਂ ਕਾਰਜਾਂ ਦੇ ਨਾਲ, ਇਸ ਕੀਤੀ ਹੋਈ ਕਾਮਨਾ ਸਹਿਤ ਸੇਵਾ ਕੀਤੀ ਹੋਈ ਦੇ ਨਾਲ ਸਹਿਜ ਜਿਹੜਾ ਬ੍ਰਹਮ ਗਿਆਨ ਹੈ ਉਸ ਦੀ ਪ੍ਰਾਪਤੀ ਨਹੀਂ ਹੋ ਸਕਦੀ। ਬਿਨ ਸਹਜੇ ਸਹਿਸਾ ਨਾ ਜਾਏ। ਕਰਮੀ ਸਹਿਜ ਨਾ ਉਪਜੈ। ਇਹ ਅਜਿਹੇ ਜਿਹੜੇ ਸਕਾਮ ਕਰਮ ਕਰਨੇ ਹਨ ਕਾਮਨਾ ਦੇ ਸਹਿਤ, ਇਹ ਕਰਨ ਦੇ ਨਾਲ ਕਾਮਨਾ ਤਾਂ ਪੂਰੀ ਹੋ ਜਾਵੇਗੀ, ਪਰ ਜਿਹੜਾ ਸਹਿਜ ਨਾ ਉਪਜੈ, ਜਿਹੜਾ ਬ੍ਰਹਮ ਗਿਆਨ ਸਹਿਜ ਹੈ ਨਾ ਉਪਜੈ, ਉਹ ਨਹੀਂ ਉਪਜ ਸਕਦਾ, ਮਨ ਦੇ ਅੰਦਰ ਨਹੀਂ ਆ ਸਕਦਾ। ਬਿਨ ਸਹਿਜੈ ਸਹਿਸਾ ਨਾ ਜਾਏ। ਤੇ ਇਹ ਸਹਿਜ ਤੋਂ ਬਿਨਾਂ, ਇਹ ਗਿਆਨ ਬ੍ਰਹਮ ਗਿਆਨ ਦੀ ਪ੍ਰਾਪਤੀ ਤੋਂ ਬਿਨਾਂ ਜਿਹੜਾ ਸਹਿਸਾ ਸੰਸਾ ਹੈ ਨਾ, ਇਹ ਮਾਇਆ ਨੇ ਸੰਸਾ ਪਾਇਆ ਹੋਇਆ ਹੈ, ਮਾਇਆ ਨੇ ਭਰਮਾਇਆ ਹੋਇਆ ਹੈ ਜੀਵਾਂ ਨੂੰ ਆਪਣੇ ਪ੍ਰਭਾਵ ਦੇ ਨਾਲ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਇਆ ਨੇ ਆਪਣਾ ਅਮਰ ਵਰਤਾ ਦਿੱਤਾ, ਆਪਣਾ ਪ੍ਰਭਾਵ ਪਾਇਆ ਹੋਇਆ ਹੈ ਇਹਨਾਂ ਜੀਵਾਂ ਤੇ। ਇਹ ਜਿਹੜਾ ਸੰਸਾ ਹੈ ਮਾਇਆ ਦਾ, ਇਹ ਬਿਨਾਂ ਬ੍ਰਹਮ ਗਿਆਨ ਤੋਂ, ਬਿਨਾਂ ਸਹਿਜ ਤੋਂ ਨਹੀਂ ਹੋ ਸਕਦਾ, ਇਹ ਨਾਸ ਨਹੀਂ ਹੋ ਸਕਦਾ। ਜਿਹੜਾ ਸਹਿਸਾ ਨਹਿ ਜਾਏ ਸਹਿਸਾ ਕਿਤੇ ਸੰਜਮ, ਕਿਸੇ ਹੋਰ ਸੰਜਮ ਕਰਕੇ, ਕੋਈ ਹੋਰ ਸੰਜਮ ਰੱਖ ਲਵੇ ਜੀਵ, ਕੋਈ ਹੋਰ ਨਾਮ ਤੋਂ ਇਲਾਵਾ ਕਿਤਨੇ ਵੀ ਕਰਮ ਕਾਂਡ ਕਰਨੇ ਜਿਹੜੇ ਹਨ, ਨਹਿ ਜਾਏ ਸਹਿਸਾ, ਇਹਨਾਂ ਦੇ ਨਾਲ ਇਹ ਮਾਇਆ ਦੇ ਸਹਿਸੇ ਸੰਸੇ ਤੋਂ ਇਹ ਛੁਟਕਾਰਾ ਨਹੀਂ ਪਾਇਆ ਜਾ ਸਕਦਾ। ਭਾਵੇਂ ਜਿਤਨੇ ਮਰਜ਼ੀ ਕਰਮ ਕਮਾਏ ਤੁਸੀਂ ਕਮਾ ਲਵੋ, ਕਿਤਨੇ ਕਰਮ ਕਾਂਡ ਕਰ ਲਵੋ, ਬਿਨਾਂ ਨਾਮ ਜਪੇ ਤੋਂ, ਨਾਮ ਜਪਣ ਤੋਂ ਇਲਾਵਾ ਜਿਤਨੇ ਵੀ ਕਰਮ ਕਰਨੇ, ਸੰਜਮ ਰੱਖਣੇ ਹਨ, ਇਹਨਾਂ ਦੇ ਨਾਲ ਉਸ ਸਹਿਜ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੇ ਫਿਰ ਇੱਦਾਂ ਜਿਹੜਾ ਤ੍ਰਿਸ਼ਨਾ ਦੀ ਮਾਇਆ ਦੀ, ਜਿਹੜੇ ਮਾਇਆ ਦਾ ਸੰਸਾ ਸਹਿਸਾ ਹੈ, ਇਹ ਵੀ ਨਾਸ ਨਹੀਂ ਹੋ ਸਕਦਾ ਇਹਨਾਂ ਕਰਮਾਂ ਨਾਲ। ਇਸ ਸਹਿਸੇ ਦੇ ਨਾਲ, ਮਾਇਆ ਦੇ ਸੰਸੇ ਕਾਰਨ, ਮਾਇਆ ਦੇ ਪ੍ਰਭਾਵ ਕਾਰਨ ਜੀਉ ਮਲੀਨ ਹੈ। ਜਿਹੜਾ ਹਿਰਦਾ ਹੈ ਨਾ, ਉਹ ਮਲੀਨ ਮੈਲ ਦੇ ਨਾਲ ਭਰਿਆ ਹੋਇਆ ਹੈ, ਭਰ ਜਾਂਦਾ ਹੈ ਇਸ ਮਾਇਆ ਦਾ ਰਸਾ ਕਸਾ ਦਾ ਭੋਗ ਭੋਗਣ ਦੇ ਨਾਲ। ਸਤਿਗੁਰੂ ਫਿਰ ਕਿਰਪਾ ਕਰੋ, ਅਸੀਂ ਇਹ ਕਿਵੇਂ ਆਪਣਾ ਮਨ ਧੋ ਸਕੀਏ। ਸਾਡਾ ਮਨ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਤੇ ਕਾਲਾ ਛਾਹ ਹੋਇਆ ਪਿਆ ਹੈ ਸਾਡਾ ਮਨ। ਸਤਿਗੁਰੂ ਸਾਡੇ ਤੇ ਕਿਰਪਾ ਕਰੋ, ਇਹ ਮਾਇਆ ਦਾ ਜਿਹੜਾ ਸੰਸਾ ਹੈ ਇਹ ਕਿਵੇਂ ਚੱਕਿਆ ਜਾਵੇ, ਕਿਵੇਂ ਨਾਸ ਹੋਵੇ, ਤੇ ਉਸ ਬ੍ਰਹਮ ਗਿਆਨ ਦੀ ਪ੍ਰਾਪਤੀ ਕਿਵੇਂ ਹੋਵੇ। ਮਨ ਧੋਵੋ, ਸਤਿਗੁਰੂ ਫਰਮਾਉਂਦੇ ਕਿਤ ਸੰਜਮ ਧੋਤਾ ਜਾਏ। ਕਿਹੜੇ ਸੰਜਮ ਕਾਰਨ ਕਰਕੇ, ਕਿਹੜੇ ਕਾਰਜ ਕਰਨ ਨਾਲ ਧੋਤਾ ਜਾਵੇ, ਤਾਂ ਸਤਿਗੁਰੂ ਫਰਮਾਉਂਦੇ ਮਨ ਧੋਵੋ ਸ਼ਬਦ ਲਾਗੋ। ਜੇ ਤੂੰ ਚਾਹਣਾ ਹੈ ਨਾ ਹੇ ਜੀਵ ਆਪਣੇ ਮਨ ਨੂੰ ਧੋਣਾ, ਇਹ ਮੈਲ ਵਿਕਾਰਾਂ ਦੇ ਰਸਾਂ ਦੀ ਮੈਲ ਨੂੰ ਲਾਉਣਾ ਚਾਹਣਾ ਹੈ, ਤਾਂ ਕੀ ਕਰ, ਸ਼ਬਦ ਲਾਗੋ। ਸਤਿਗੁਰਾਂ ਦੇ ਸ਼ਬਦ ਦੇ ਨਾਲ ਲੱਗ ਜਾ। ਸ਼ਬਦ ਹੈ ਸਤਿਗੁਰਾਂ ਦਾ ਵਾਹਿਗੁਰੂ, ਵਾਹਿਗੁਰੂ ਦਾ ਸਿਮਰਨ ਕਰਨ ਦੇ ਅੰਦਰ ਲੱਗ ਜਾ। ਸ਼ਬਦ ਹੈ ਸਤਿਗੁਰਾਂ ਦਾ ਇਲਾਹੀ ਬਾਣੀ, ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਇਹ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ, ਇਹਦੇ ਪਾਠ ਕਰਨ, ਇਹਦੇ ਸਿਮਰਨ ਕਰਨ ਦੇ ਅੰਦਰ ਲੱਗ ਜਾ ਅਤੇ ਸ਼ਬਦ ਲਾਗੋ। ਸ਼ਬਦ ਸਤਿਗੁਰਾਂ ਦਾ ਜਿਹੜਾ ਉਪਦੇਸ਼ ਹੈ, ਉਪਦੇਸ਼ ਸਤਿਗੁਰਾਂ ਨੇ ਕੀਤਾ ਹੈ, ਆਪਣਾ ਜੀਵਨ ਕਿਸ ਪ੍ਰਕਾਰ ਬਤੀਤ ਕਰਨਾ ਹੈ, ਉਹਦੇ ਅੰਦਰ ਲੱਗ ਜਾ। ਸਤਿਗੁਰਾਂ ਦਾ ਬਚਨ ਕਮਾਉਣ ਦੇ ਅੰਦਰ ਲੱਗ ਜਾ।
ਹਰਿ ਸਿਆਰ ਚਿਤ ਲਾਏ। ਅਤੇ ਇਸ ਤਰੀਕੇ ਨਾਲ ਫਿਰ ਹਰ ਸਿਉ ਹਰੀ ਪਰਮੇਸ਼ਰ ਦੇ ਨਾਲ ਰਹੋ, ਚਿੱਤ ਲਾਏ, ਚਿੱਤ ਲਾ ਕਰਕੇ ਹਰ ਸਮੇਂ ਰਹਿਣਾ ਕਰ। ਤੂੰ ਆਪਣਾ ਜੀਵਨ ਜਿਹੜਾ ਹੈ ਪਰਮੇਸ਼ਰ ਦੇ ਨਾਲ ਚਿੱਤ ਜੋੜ ਕਰਕੇ ਬਤੀਤ ਕਰ। ਇਸ ਪ੍ਰਕਾਰ ਦੇ ਨਾਲ ਫਿਰ ਮਨ ਧੋਵੋ, ਇਸ ਪ੍ਰਕਾਰ ਦੇ ਨਾਲ ਮਨ ਮਾਂਜਿਆ ਜਾਵੇਗਾ, ਮਨ ਪਵਿੱਤਰ ਹੋ ਜਾਵੇਗਾ, ਧੋਤਾ ਜਾਵੇਗਾ। ਜੇਕਰ ਤੂੰ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਲੱਗਦਾ ਹੈ, ਪਾਠ ਬੰਦਗੀ ਦੇ ਅੰਦਰ ਲੱਗਦਾ ਹੈ ਅਤੇ ਉਸ ਦੇ ਨਾਲ ਚਿੱਤ ਲਗਾ ਕਰਕੇ ਰੱਖਦਾ ਹੈ, ਜੇਕਰ ਹਰ ਸਮੇਂ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਸਹਿਜ ਉਪਜੈ। ਸਤਿਗੁਰੂ ਸਾਹਿਬ ਫਰਮਾ ਰਹੇ ਹਨ, ਇਹ ਜਿਹੜਾ ਸਹਿਜ ਹੈ ਨਾ, ਜਿਹੜਾ ਬ੍ਰਹਮ ਗਿਆਨ ਦੀ ਪ੍ਰਾਪਤੀ ਹੈ, ਇਹ ਕਦੋਂ ਉਪਜਦਾ ਹੈ? ਗੁਰ ਪ੍ਰਸਾਦੀ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਸਦਕਾ ਹੀ ਇਹ ਪ੍ਰਾਪਤੀ ਹੋ ਸਕਦੀ ਹੈ ਬ੍ਰਹਮ ਗਿਆਨ ਦੀ। ਇਹ ਸਹਸਾ ਇਵ ਜਾਏ। ਤੇ ਇਹ ਜਿਹੜਾ ਸਹਿਸਾ ਹੈ, ਜਿਹੜਾ ਮਾਇਆ ਦਾ ਸੰਸਾ ਹੈ ਪਿਆ ਹੋਇਆ ਜੀਵਾਂ ਨੂੰ, ਮਾਇਆ ਦੀ ਫਾਹੀ ਗਲ ਦੇ ਅੰਦਰ ਪਈ ਹੋਈ ਹੈ, ਜਿਹੜੀ ਫਿਰ ਜੀਵਾਂ ਨੂੰ ਧੂੰਦੀ ਫਿਰਦੀ ਹੈ, ਖਿੱਚਦੀ ਹੈ ਕਾਰਾਂ ਵਿਹਾਰਾਂ ਦੇ ਵੱਲ ਨੂੰ। ਇਹ ਜਿਹੜਾ ਸਹਿਸਾ ਹੈ ਇਹ ਵਜਾਏ। ਇਵੇਂ ਉਸ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ, ਪਰਮੇਸ਼ਰ ਦਾ ਗਿਆਨ ਪ੍ਰਾਪਤ ਕਰਕੇ ਤੇ ਇਦਾਂ ਜਾਵੇਗਾ, ਉਹ ਨਾਸ ਹੋਵੇਗਾ। ਕਿਉਂਕਿ ਜਿਤਨਾ ਚਿਰ ਤੱਕ ਭਰਮ ਪਿਆ ਹੁੰਦਾ ਹੈ ਨਾ, ਜੀਵ ਫਿਰ ਰੱਸੇ ਨੂੰ ਵੀ ਸੱਪ ਸਮਝਦਾ ਹੈ। ਇਸ ਪ੍ਰਕਾਰ ਕਰਕੇ ਜਿਹੜੀ ਮਾਇਆ ਹੈ, ਮਾਇਆ ਦਾ ਭਰਮ ਹੋਣ ਕਰਕੇ, ਮਾਇਆ ਦਾ ਭਰਮ ਇਸ ਜੀਵ ਨੂੰ ਹੋਣ ਕਰਕੇ ਇਹ ਸੰਸਾਰ ਇਸ ਨੂੰ ਦਿਸਦਾ ਹੈ, ਸੰਸਾਰ ਪੈਦਾ ਕੀਤਾ ਹੋਇਆ, ਸੰਸਾਰ ਦਾ ਮੋਹ ਇਸ ਨੂੰ ਉਸ ਭਰਮ ਕਰਕੇ ਪਿਆ ਹੋਇਆ ਹੈ। ਪਰ ਜਿਸ ਸਮੇਂ ਇਸ ਨੂੰ ਸਮਝ ਆ ਗਈ ਕਿ ਜਿਹੜਾ ਪਰਮੇਸ਼ਰ ਹੈ ਉਹੀ ਸਾਰਿਆਂ ਦੇ ਅੰਦਰ ਵਰਤ ਰਿਹਾ ਹੈ, ਉਹੀ ਸਾਰਾ ਕੁਝ ਕਰਨ ਕਰਾਉਣ ਵਾਲਾ ਹੈ, ਕਰਨ ਕਰਾਵਣ ਸਰਨ ਭਰਿਆ। ਜਿਸ ਸਮੇਂ ਫਿਰ ਉਹਦੀ ਸਰਨ ਜਾਵੇਗਾ ਨਾ ਇਹ ਜੀਵ, ਇਸ ਨੂੰ ਫਿਰ ਇਹ ਭੁਲੇਖਾ ਚੱਕਿਆ ਜਾਵੇਗਾ ਤੇ ਫਿਰ ਉਹ ਪਰਮੇਸ਼ਰ ਦਾ ਜਿਹੜਾ ਹੈ ਦਰਸ਼ਨ ਦੀਦਾਰਾ, ਉਸ ਦੀ ਸਮਝ ਆ ਜਾਵੇਗੀ। ਇਸ ਪ੍ਰਕਾਰ ਜਿਹੜਾ ਹੈ ਗੁਰੂ ਦੇ ਗਿਆਨ ਦੇ ਨਾਲ, ਬ੍ਰਹਮ ਦੇ ਗਿਆਨ ਦੇ ਨਾਲ ਇਹ ਫਿਰ ਮਾਇਆ ਦਾ ਸੰਸਾ ਇਹ ਚੱਕਿਆ ਜਾਵੇਗਾ, ਨਾਸ ਹੋ ਜਾਵੇਗਾ। ਹੋ ਮੈਲੇ ਬਾਹਰ ਹੋ ਨਿਰਮਲ। ਸਤਿਗੁਰੂ ਸਾਹਿਬ ਹੁਣ 19ਵੀਂ ਪੌੜੀ ਦੇ ਅੰਦਰ ਫਰਮਾ ਰਹੇ ਹਨ, ਬਾਹਰੋਂ ਨਿਰਮਲ। ਬਾਹਰੋਂ ਤਾਂ ਨਿਰਮਲ ਬਣ ਕਰਕੇ, ਬੜੇ ਸੋਹਣੇ ਕੱਪੜੇ ਪਹਿਨ ਕਰਕੇ, ਚਿੱਟੇ ਕੱਪੜੇ, ਅਤੇ ਬਾਹਰੋਂ ਨਿਰਮਲ ਦਿਖਾਵਾ ਕਰਕੇ, ਪਰ ਜੀਉ ਮੈਲੇ। ਜਿਹੜੇ ਜੀਵ ਆਪਣੇ ਹਿਰਦੇ ਅੰਦਰ ਮੈਲੇ ਹੀ ਹੁੰਦੇ ਹਨ, ਜਿਹੜੇ ਰਸਾ ਕਸਾਂ ਦਾ ਰਸ ਚਖਣ ਕਰਕੇ, ਵਿਕਾਰਾਂ ਦਾ ਰਸ ਭੋਗਣ ਕਰਕੇ ਉਹਨਾਂ ਦੇ ਹਿਰਦੇ ਜਿਹੜੇ ਮੈਲੇ ਹੁੰਦੇ ਹਨ, ਪਰ ਉਹ ਬਾਹਰੋਂ ਨਿਰਮਲ। ਬਾਹਰੋਂ ਇਹ ਦਿਖਾਵਾ ਕਰਦੇ ਹਨ ਕਿ ਅਸੀਂ ਬੜੇ ਨਿਰਮਲ ਹਾਂ, ਅਸੀਂ ਬੜੇ ਸ਼ੁੱਧ ਹਾਂ। ਜਿਸ ਤਰੀਕੇ ਦੇ ਨਾਲ ਬਗਲਾ ਹੰਸ ਦੀ ਵਾਂਗ ਸਮਾਧੀ ਲਗਾ ਕਰਕੇ ਬੈਠਦਾ ਹੈ, ਪਰ ਉਸ ਦੇ ਚਿੱਤ ਦੇ ਅੰਦਰ ਤਾਂ ਡੱਡੀਆਂ ਮੱਛੀਆਂ ਹੀ ਚੱਲਦੀਆਂ ਹਨ, ਕਦੋਂ ਆਉਣ ਤੇ ਮੈਂ ਝਪੱਟਾ ਮਾਰ ਕੇ ਖਾ ਲਵਾਂ। ਇਸ ਪ੍ਰਕਾਰ ਬਗਲੇ ਦੀ ਨਿਆਈ, ਬਗਲਾ ਦੇਖਣ ਨੂੰ ਹੰਸ ਦੇ ਵਾਂਗ ਚਿੱਟਾ ਜਾਪਦਾ ਹੈ ਬਾਹਰੋਂ, ਪਰ ਜੀਉ ਮੈਲੇ। ਜੀਵ ਜਿਹੜਾ ਹੈ ਉਹਦਾ ਮਨ ਹੁੰਦਾ ਹੈ ਮੈਲਾ, ਅਤੇ ਬਾਹਰੋਂ ਕੱਪੜੇ ਪਾਏ ਹੁੰਦੇ ਹਨ ਉਸਨੇ ਚਿੱਟੇ। ਸ਼ਲੋਕ ਮਹੱਲਾ ਪਹਿਲਾ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨਹੁ ਕੁਸੁੱਧਾ ਕਾਲੀਆਂ, ਬਾਹਰ ਚਿਟਵੀਆਂ। ਸਾਡੀ ਸਤਿਗੁਰੂ ਅਜਿਹੀ ਹਾਲਤ ਹੈ, ਅਸੀਂ ਕਾਲਾ ਸ਼ਾਹ ਹੋਇਆ ਹੈ ਸਾਡਾ ਮਨ, ਪਰ ਬਾਹਰੋਂ ਅਸੀਂ ਚਿੱਟੇ ਕੱਪੜੇ ਪਾ ਕਰਕੇ ਲੋਕਾਂ ਨੂੰ ਭਰਮਾਉਂਦੇ ਫਿਰਦੇ ਹਾਂ। ਬਾਹਰ ਹੋ ਨਿਰਮਲ, ਜੀਉ ਹੋ ਤਾਂ ਮੈਲੇ। ਜੀਉ ਹੋ ਤਾਂ ਮੈਲੇ। ਹਿਰਦੇ ਤਾਂ ਇਹ ਅਜਿਹੇ ਜੀਵਾਂ ਦੇ ਮੈਲੇ ਹੀ ਹਨ, ਜਿਹੜੇ ਬਾਹਰੋਂ ਦਿਖਾਵਾ ਕਰਦੇ ਹਨ ਚਿੱਟੇ ਉਜਲ ਪਵਿੱਤਰ ਹੋਣ ਦਾ। ਜਨਮ ਜੂਐ ਹਾਰਿਆ। ਉਹਨਾਂ ਦੀ ਹਾਲਤ ਫਿਰ ਕੀ ਹੋਵੇਗੀ, ਜਿਹੜੇ ਇਸ ਤਰੀਕੇ ਨਾਲ ਦਿਖਾਵਾ ਕਰਦੇ ਹਨ ਨਾ, ਕਿ ਅੰਦਰੋਂ ਤਾਂ ਕਪਟ, ਛਲ ਕਪਟ ਹੋਣਾ ਹਿਰਦੇ ਅੰਦਰ, ਤੇ ਮੁਖ ਮਹਿਰਾਮ ਬਗਲ ਮੈਂ ਛੁਰੀ। ਇਸ ਪ੍ਰਕਾਰ ਜਿਹੜੇ ਜੀਵ ਹੁੰਦੇ ਹਨ, ਤਿਨੀ ਜਨਮ ਜੂਐ ਹਾਰਿਆ। ਉਹਨਾਂ ਨੇ ਫਿਰ ਆਪਣਾ ਜਿਹੜਾ ਜਨਮ, ਮਨੁੱਖਾ ਜਨਮ, ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਮਿਲਿਆ ਹੋਵੇਗਾ, ਹੈ ਨਾ। ਜੂਐ ਹਾਰਿਆ, ਉਹਨਾਂ ਨੇ ਇਸ ਪ੍ਰਕਾਰ ਜੂਏ ਦੀ ਨਿਆਈ, ਇਹ ਜਿਹੜੀ ਬਾਜੀ ਹੈ, ਇਹ ਉਹਨਾਂ ਨੇ ਹਾਰ ਕੇ ਚਲਿਆ ਜਾਣਾ ਹੈ ਇਸ ਸੰਸਾਰ ਦੇ ਅੰਦਰੋਂ, ਕਿਉਂਕਿ ਉਹ ਇਸ ਭਰਮ ਦੇ ਅੰਦਰ ਹੀ ਲੱਗੇ ਰਹੇ, ਇਹ ਦਿਖਾਵਿਆਂ ਦੇ ਅੰਦਰ ਹੀ ਲੱਗ ਕਰਕੇ ਉਹਨਾਂ ਨੇ ਆਪਣਾ ਜੀਵਨ ਬਰਬਾਦ ਕਰ ਲਿਆ, ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ। ਉਹਨਾਂ ਦੀ ਫਿਰ ਇਹ ਹਾਲਤ ਹੋ ਜਾਵੇਗੀ ਕਿ ਉਹਨਾਂ ਨੇ ਇਹ ਜੀਵਨ ਦੀ ਬਾਜੀ ਜਿਹੜੀ ਉਹਨਾਂ ਨੂੰ ਮਿਲੀ, ਉਹ ਹਾਰ ਕਰਕੇ ਇਸ ਸੰਸਾਰ 'ਚੋਂ ਫਿਰ ਅੱਗੇ ਦੁੱਖ ਪਾਉਣਗੇ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ। ਜਿਹੜਾ ਤ੍ਰਿਸ਼ਨਾ ਦਾ ਰੋਗ ਹੈ ਨਾ, ਵੱਡਾ ਰੋਗ ਸਤਿਗੁਰਾਂ ਨੇ ਆਖਿਆ, ਇਹ ਤ੍ਰਿਸ਼ਨਾ ਵੱਡਾ ਰੋਗ, ਕਿਉਂਕਿ ਇਸ ਜੀਵ ਨੂੰ ਤ੍ਰਿਸ਼ਨਾ ਹੀ ਹੈ ਮਾਇਆ ਦੀ, ਪਦਾਰਥਾਂ ਦੇ ਭੋਗ ਦੀ ਤ੍ਰਿਸ਼ਨਾ, ਪਦਾਰਥਾਂ ਦਾ ਰਸ ਪ੍ਰਾਪਤ ਕਰਨ ਦੀ ਜਿਹੜੀ ਤ੍ਰਿਸ਼ਨਾ ਹੈ, ਇਹ ਜੀਵ ਨੂੰ ਸਾਰੀ ਉਮਰ ਭਜਾਈ ਫਿਰਦੀ ਹੈ, ਇਸ ਨੂੰ ਇਕੱਠਿਆਂ ਕਰਨ ਵਿੱਚ ਤੇ ਉਹਨਾਂ ਦਾ ਰਸ ਭੋਗਣ ਵਿੱਚ। ਇਸ ਕਰਕੇ ਇਹ ਵੱਡਾ ਰੋਗ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ।
ਇਹ ਜੀਵ ਨੂੰ ਇਹ ਇਤਨਾ ਵੱਡਾ ਜਿਹੜਾ ਤ੍ਰਿਸ਼ਨਾ ਦਾ ਰੋਗ ਲੱਗਾ ਹੋਇਆ ਹੈ। ਮਰਨ ਮਨਹੁ ਵਿਸਾਰਿਆ। ਇਸ ਤ੍ਰਿਸ਼ਨਾ ਦੇ ਰੋਗ ਕਰਕੇ, ਮਾਇਆ ਦੇ ਪ੍ਰਭਾਵ ਕਰਕੇ ਇਸ ਜੀਵ ਨੇ ਮਰਨ ਮਨਹੁ ਵਿਸਾਰਿਆ। ਇਸ ਨੇ ਆਪਣੇ ਮਨ ਅੰਦਰੋਂ ਚਿੱਤ ਚੇਤਾ ਹੀ ਭੁਲਾ ਦਿੱਤਾ ਕਿ ਕਿਸੇ ਦਿਨ ਮਰ ਵੀ ਜਾਣਾ ਹੈ। ਇਸ ਨੇ ਆਪਣੇ ਮਰਨ ਦਾ ਚੇਤਾ ਹੀ ਭੁਲਾਇਆ ਹੋਇਆ ਹੈ ਕਿ ਮੈਂ ਮਰਨਾ ਹੀ ਨਹੀਂ। ਜੇਕਰ ਕਿ ਕਿਸੇ ਦੀ ਕੋਈ ਜੀਵ ਚੜ੍ਹਾਈ ਕਰਦਾ ਹੈ, ਉਸ ਦੀ ਮਕਾਨ ਜਾ ਕਰਕੇ ਆਪਾਂ ਵਿਰਲਾਪ ਕਰਦੇ ਹਾਂ ਕਿ ਫਲਾਣਾ ਚੜ੍ਹਾਈ ਕਰ ਗਿਆ, ਪਰ ਉਹਨਾਂ ਨੂੰ ਇਹ ਚਿੱਤ ਚੇਤੇ ਹੀ ਨਹੀਂ ਕਿ ਅਸੀਂ ਵੀ ਮਰ ਹੀ ਜਾਣਾ ਹੈ। ਵਿਰਲਾਪ ਕਾਹਦਾ, ਸਾਡਾ ਵੀ ਅੰਤ ਕਿਸੇ ਇੱਕ ਦਿਨ ਆਉਣਾ ਹੀ ਹੈ। ਇਸ ਤਰੀਕੇ ਨਾਲ ਇਹ ਜੀਵ ਭੁੱਲਦਾ ਕਦੋਂ ਹੈ, ਕਦੋਂ ਉਸ ਆਪਣੀ ਮੌਤ ਨੂੰ ਭੁੱਲਿਆ ਹੋਇਆ ਹੈ। ਕਿਸ ਕਰਕੇ? ਕਿਉਂਕਿ ਮਾਇਆ ਨੇ ਪ੍ਰਭਾਵ ਇਸ ਤੇ ਪਾਇਆ ਹੈ। ਇਸ ਨੇ ਤ੍ਰਿਸ਼ਨਾ ਦਾ ਬੱਝਾ ਹੋਇਆ, ਤ੍ਰਿਸ਼ਨਾ ਦੇ ਰੋਗ ਦਾ ਬੱਝਾ ਹੋਇਆ, ਇਸ ਨੂੰ ਮਾਇਆ ਆਪਣੇ ਮਰਨ ਦਾ ਚੇਤਾ ਹੀ ਨਹੀਂ ਆਉਂਦਾ। ਇਸ ਨੇ ਮਰਨ ਆਪਦੇ ਮਨ ਤੋਂ ਵਿਸਾਰਿਆ ਹੀ ਹੋਇਆ ਹੈ, ਭੁੱਲਿਆ ਹੀ ਹੋਇਆ ਹੈ। ਵੇਦਾ ਮਹਿ ਨਾਮ ਉੱਤਮ ਸੋ ਸੁਨਹਿ ਨਹੀਂ ਤਾਹੀ। ਵੇਦਾ ਮਹਿ ਨਾਮ ਉੱਤਮ, ਜਿਹੜਾ ਨਾਮ ਦੀ ਉਪਮਾ ਵੇਦ ਵੀ ਦੱਸਦੇ ਹਨ। ਵੇਦਾਂ ਦੇ ਅੰਦਰ ਵੀ ਇਸ ਜਿਹੜੇ ਨਾਮ ਦੀ, ਪਰਮੇਸ਼ਰ ਦੇ ਨਾਮ ਸਿਮਰਨ ਦੀ ਉਪਮਾ ਆਖੀ ਗਈ ਹੈ। ਸੋ ਸੁਣਹਿ ਨਹੀਂ, ਉਸ ਪਰਮੇਸ਼ਰ ਦੇ ਨਾਮ ਨੂੰ ਤਾਂ ਇਹ ਸੁਣਦਾ ਹੀ ਨਹੀਂ। ਇਹ ਸਤਿਗੁਰਾਂ ਦੇ ਉਪਦੇਸ਼ ਨੂੰ ਇਹ ਜਿਹੜਾ ਜੀਵ ਹੈ ਸੁਣਦਾ ਹੀ ਨਹੀਂ। ਇਸ ਨੇ ਆਪਣਾ ਮਰਨ ਮਨੋਂ ਵਿਸਾਰ ਕਰਕੇ ਉਸ ਪਰਮੇਸ਼ਰ ਦੇ ਨਾਮ ਵਿੱਚ ਇਸ ਨੇ ਕਦੀ ਆਪਣਾ ਚਿੱਤ ਟਿਕਾਇਆ ਹੀ ਨਹੀਂ। ਹੈ ਜਿਉ ਬੇਤਾਲਿਆ। ਅਤੇ ਜਿਵੇਂ ਬੇਤਾਲ, ਤਾਲ ਤੋਂ ਰਹਿਤ ਜਿਹੜੇ ਭੂਤ ਪ੍ਰੇਤ ਫਿਰਦੇ ਹਨ ਨਾ, ਭਟਕਦੇ ਹਨ, ਉਹਨਾਂ ਦੀ ਨਿਆਈ ਫਿਰ ਇਸ ਨੇ ਆਪਣਾ ਜੀਵਨ ਬਤੀਤ ਕਰ ਲਿਆ ਭਰਮਦੇ ਹੋਏ ਹੀ ਸੰਸਾਰ ਦੇ ਅੰਦਰ। ਭੂਤਾਂ ਦੀ ਨਿਆਈ ਉਹ ਭਟਕਦੇ ਫਿਰਦੇ ਹਨ, ਬੇਤਾਲਿਆਂ ਦੀ ਨਿਆਈ ਭਟਕਦੇ ਫਿਰਦੇ ਹਨ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਸੁਣਿਆ ਨਹੀਂ, ਨਾਮ ਆਖਿਆ ਨਹੀਂ। ਇਸ ਪ੍ਰਕਾਰ ਇੱਕ ਪੰਡਿਤ ਨੇ ਸਵਾਲ ਕਰ ਦਿੱਤਾ ਕਿ ਵੇਦਾ ਮਹਿ ਨਾਮ ਉੱਤਮ। ਸਤਿਗੁਰਾਂ ਨੇ ਫਰਮਾਇਆ ਹੈ ਕਿ ਵੇਦਾਂ ਦੇ ਅੰਦਰ ਨਾਮ ਦੀ ਮਹਿਮਾ ਦੱਸੀ ਗਈ ਹੈ, ਫਿਰ ਤੁਸੀਂ ਗੁਰਬਾਣੀ ਕਿਉਂ ਉਚਾਰਨ ਕੀਤੀ? ਸਤਿਗੁਰਾਂ ਨੇ ਇਸ ਪ੍ਰਕਾਰ ਫਰਮਾਇਆ, ਵੇਦਾ ਮਹਿ ਨਾਮ ਉੱਤਮ, ਜਿਹੜਾ ਨਾਮ ਹੈ ਵੇਦਾਂ ਦੇ ਅੰਦਰ ਜਿਸ ਦੀ ਉਪਮਾ ਦੱਸੀ ਗਈ ਹੈ, ਉਹ ਪ੍ਰਾਪਤ ਸਤ ਸੰਗਤ ਦੇ ਅੰਦਰੋਂ ਸਤਿਗੁਰਾਂ ਪਾਸੋਂ ਹੀ ਹੋਵੇਗਾ। ਸੋ ਸੁਣਿਆ ਨਹੀਂ, ਫਿਰ ਹੈ ਜਿਉ ਬੇਤਾਲਿਆ, ਤੇ ਉਹ ਨਾਮ ਨੂੰ ਇਹ ਜੀਵ ਸੁਣਦਾ ਨਹੀਂ। ਫਿਰ ਹੈ ਜਿਉ ਬੇਤਾਲਿਆ ਵੇਦਾਂ ਮਹਿ, ਵੇਦਾਂ ਦੇ ਦੱਸੇ ਹੋਏ ਕਰਮ ਕਾਂਡ ਦੇ ਅਨੁਸਾਰ, ਕਰਮ ਕਾਂਡਾਂ ਦੇ ਅਨੁਸਾਰ ਇਹ ਉਹਨਾਂ ਦੇ ਅਨੁਸਾਰ ਹੀ ਭਰਮਦਾ ਫਿਰਦਾ ਹੈ ਭੂਤਨਿਆਂ ਦੀ ਵਾਂਗ। ਵੇਦਾਂ ਦੇ ਅੰਦਰ ਜਿਹੜੇ ਕਰਮ ਕਾਂਡ ਦੱਸੇ ਹੋਏ ਹਨ, ਇਹ ਨਾਮ ਜਿਹੜਾ ਉੱਤਮ ਦੱਸਿਆ ਹੈ ਉਸ ਦਾ ਸਰਵਣ ਨਹੀਂ ਕਰਦਾ, ਉਸ ਨੂੰ ਉਸ ਦਾ ਸਿਮਰਨ ਨਹੀਂ ਕਰਦਾ। ਇਹ ਜੀਵ ਦੀ ਇਹ ਹਾਲਤ ਬਣੀ ਹੋਈ ਹੈ। ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਦੇ ਲਾਗੀ। ਸਤਿਗੁਰੂ ਸਾਹਿਬ ਫਰਮਾਉਂਦੇ ਹਨ, ਜਿਹੜੇ ਜੀਵਾਂ ਨੇ ਇਸ ਤਰੀਕੇ ਨਾਲ ਮਾਇਆ ਦਾ ਪ੍ਰਭਾਵ ਕਬੂਲ ਕਰਕੇ ਤੇ ਸੱਚੇ ਪਰਮੇਸ਼ਰ ਨੂੰ ਤਜਿਆ, ਛੱਡ ਦਿੱਤਾ, ਉਸ ਨੂੰ ਭੁਲਾ ਹੀ ਦਿੱਤਾ, ਮਰਨ ਮਨੋਂ ਵਿਸਾਰਿਆ, ਮਰਨ ਵੀ ਭੁਲਾ ਦਿੱਤਾ ਇਸ ਨੇ, ਕੂੜੇ ਲਾਗੇ। ਅਤੇ ਕੂੜੇ ਕਾਰਜਾਂ ਦੇ ਅੰਦਰ, ਕੂੜ ਜਿਹੜੇ ਵਿਕਾਰਾਂ ਦੇ ਅੰਦਰ ਲੱਗ ਗਏ, ਉਹਨਾਂ ਨੇ ਆਪਣਾ ਜੀਵਨ ਸਾਰਾ ਵਿਕਾਰਾਂ ਦੇ ਅੰਦਰ ਹੀ ਗੁਜ਼ਾਰ ਲਿਆ। ਜਿਨ੍ਹਾਂ ਨੇ ਤਿੰਨੀ ਜਨਮ ਜੂਐ ਹਾਰਿਆ। ਉਹਨਾਂ ਨੇ ਫਿਰ ਜਿਹੜਾ ਆਪਣਾ ਜਨਮ ਹੈ ਨਾ, ਇਹ ਮਨੁੱਖਾ ਜਨਮ ਉਹਨਾਂ ਨੂੰ ਮਿਲਿਆ, ਜੂਐ ਹਾਰਿਆ। ਜੂਏ ਦੇ ਵਿੱਚ ਜਿਵੇਂ ਇੱਕ ਜੀਵ ਆਪਣਾ ਸਾਰਾ ਘਰ-ਬਾਰ ਲੁਟਾ ਕਰਕੇ ਤੇ ਘਰ ਆ ਜਾਂਦਾ ਹੈ ਨਾ, ਉਵੇਂ ਹੀ ਫਿਰ ਇਸ ਜੀਵ ਨੇ ਇਹ ਮਨੁੱਖਾ ਜਨਮ ਇਸ ਨੂੰ ਮਿਲਿਆ ਸੀ, ਪਰ ਜੂਏ ਦੀ ਨਿਆਈ ਇਸ ਨੇ ਸਾਰਾ ਹੀ ਆਪਣਾ ਜੀਵਨ ਲੁਟਾ ਕਰਕੇ ਇੱਥੇ ਫਿਰ ਧਨ, ਨਾਮ ਧਨ ਇਸ ਨੇ ਕੋਈ ਇਕੱਠਾ ਨਹੀਂ ਕੀਤਾ, ਲੁਟਾ ਕਰਕੇ ਇੱਥੋਂ ਚਲਾ ਗਿਆ ਖਾਲੀ ਹੱਥ। ਤੇ ਅੱਗੇ ਜਾ ਕਰਕੇ ਫਿਰ ਇਸ ਨੂੰ ਦੁੱਖ ਇਸ ਨੂੰ ਸਹੇੜਨੇ ਪਏ, ਕਿਉਂਕਿ ਨਾਮ ਦਾ ਵਣਜ ਨਹੀਂ ਕੀਤਾ, ਨਾਮ ਦਾ ਇਸ ਨੇ ਵਪਾਰ ਨਹੀਂ ਕੀਤਾ ਜਿਸ ਵਾਸਤੇ ਆਇਆ ਸੀ। ਧਨਵੰਤ ਨਾਮ ਕੇ ਵਾਪਾਰੀ, ਨਾਮ ਕੇ ਵਣਜਾਰੇ, ਜਿਹੜੇ ਨਾਮ ਦਾ ਵਣਜ ਕਰਦੇ ਹਨ ਨਾ, ਨਾਮ ਨੂੰ ਸਿਮਰਦੇ ਹਨ, ਦੂਸਰਿਆਂ ਨੂੰ ਆਪ ਜਪੈ ਅਵਰਹ ਨਾਮ ਜਪਾਵੈ, ਆਪ ਜਪੈ ਉਹ ਆਪ ਜਪਦੇ ਹਨ ਅਤੇ ਹੋਰਾਂ ਨੂੰ ਜਪਾਉਂਦੇ ਹਨ। ਇਸ ਪ੍ਰਕਾਰ ਜਿਹੜੇ ਵਣਜ ਕਰਦੇ ਹਨ ਉਹ ਧਨਵੰਤ, ਉਹੀ ਇਸ ਸੰਸਾਰ ਤੋਂ ਅਸਲੀ ਧਨ ਇਕੱਠਾ ਕਰਕੇ ਲੈ ਜਾ ਸਕਦੇ ਹਨ। ਪਰ ਜਿਹੜੇ ਕੂੜੇ ਲਾਗੇ, ਜਿਹੜੇ ਵਿਕਾਰਾਂ ਦੇ ਅੰਦਰ ਲੱਗ ਕਰਕੇ, ਕੂੜੇ ਕਾਰਜਾਂ ਦੇ ਅੰਦਰ, ਜਿਹੜਾ ਸੰਸਾਰ ਦੇ ਕਾਰਜ, ਮਾਇਆ ਇਕੱਠੀ ਕਰਨ ਦੇ ਕਾਰਜਾਂ ਦੇ ਅੰਦਰ ਲੱਗ ਕਰਕੇ ਤੇ ਉਸ ਪਰਮੇਸ਼ਰ ਨੂੰ ਵਿਸਾਰ ਕਰਕੇ, ਭੁੱਲ ਕਰਕੇ, ਮਾਇਆ ਨੂੰ ਵਾਹਿਗੁਰੂ ਮਰਨ ਨੂੰ ਵਿਸਾਰ ਕਰਕੇ ਤੇ ਇਸ ਸੰਸਾਰ ਦੇ ਅੰਦਰ ਹੀ ਭੁੱਲੇ ਬੈਠੇ, ਉਹਨਾਂ ਨੇ ਸਤਿਗੁਰੂ ਕਹਿੰਦੇ ਤਿਨੀ ਜਨਮ ਜੂਐ ਹਾਰਿਆ। ਉਹਨਾਂ ਨੇ ਆਪਣਾ ਜਨਮ, ਮਨੁੱਖਾ ਜਨਮ, ਸ੍ਰੇਸ਼ਟ ਰਤਨ ਰੂਪ ਜਨਮ ਜਿਹੜਾ ਹੈ, ਉਹਨਾਂ ਨੇ ਜੂਏ ਦੇ ਅੰਦਰ, ਜੂਏ ਦੀ ਨਿਆਈ ਹਾਰ ਕਰਕੇ ਇਸ ਸੰਸਾਰ ਤੋਂ ਜਾਂਦੇ ਹਨ ਤੇ ਦੁੱਖ ਪ੍ਰਾਪਤ ਕਰਦੇ ਹਨ। ਜੀਵ ਨਿਰਮਲ ਬਾਹਰ ਹੋ ਨਿਰਮਲ। ਹੁਣ ਸਤਿਗੁਰੂ ਫਰਮਾਉਂਦੇ ਕਿ ਜਿਹੜੇ ਜੀਵ ਸਤਿਗੁਰਾਂ ਦੀ ਕਿਰਪਾ ਸਦਕਾ ਜੀਉ ਨਿਰਮਲ, ਹਿਰਦੇ ਅੰਦਰੋਂ ਵੀ ਨਿਰਮਲ ਹੁੰਦੇ ਹਨ, ਉਹਨਾਂ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗੀ ਹੁੰਦੀ,
ਵਿਕਾਰਾਂ ਦੀ ਮੈਲ ਉਹਨਾਂ ਨੇ ਸਤਿਗੁਰਾਂ ਦੇ ਪਾਸ ਆਣ ਕਰਕੇ, ਸਤ ਸੰਗਤ ਵਿੱਚ ਆਣ ਕਰਕੇ, ਸਤਿਗੁਰਾਂ ਦਾ ਹਰ ਜਸ ਸੁਣ ਕੇ, ਸਿਮਰਨ ਕਰਕੇ ਤੇ ਉਹਨਾਂ ਨੇ ਮੈਲ ਆਪਣੀ ਗਵਾ ਲਈ ਹੁੰਦੀ ਹੈ। ਐਸੇ ਜੀਵ ਜਿਹੜੇ ਜੀਉ ਨਿਰਮਲ, ਆਪਣੀ ਹਿਰਦੇ ਅੰਦਰੋਂ ਵੀ ਨਿਰਮਲ ਹੁੰਦੇ ਹਨ, ਬਾਹਰੋਂ ਨਿਰਮਲ ਅਤੇ ਬਾਹਰੋਂ ਵੀ ਨਿਰਮਲ ਪਵਿੱਤਰ ਹੁੰਦੇ ਹਨ। ਹੰਸ ਦੀ ਵਾਂਗ ਕਿ ਜਿਵੇਂ ਹੰਸ ਅੰਦਰੋਂ ਵੀ ਪਵਿੱਤਰ ਹੁੰਦਾ ਹੈ, ਉਹਨੇ ਹੀਰੇ ਮੋਤੀ ਖਾਣੇ ਹੁੰਦੇ ਹਨ ਅਤੇ ਬਾਹਰੋਂ ਵੀ ਉਹਦਾ ਸਰੀਰ ਉੱਜਲ ਹੁੰਦਾ ਹੈ, ਚਮਕਦਾਰ। ਇਸ ਪ੍ਰਕਾਰ ਉਹ ਬਾਹਰੋਂ ਵੀ ਨਿਰਮਲ ਹੁੰਦੇ ਹਨ। ਜਿਹੜੇ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ। ਜਿਹੜੇ ਜੀਵ ਬਾਹਰੋਂ ਵੀ ਨਿਰਮਲ ਹੁੰਦੇ ਹਨ, ਕੋਈ ਦਿਖਾਵੇ ਮਾਤਰ ਵੀ ਕੋਈ ਗਲਤ ਕਾਰਜ ਨਹੀਂ ਕਰਦੇ, ਅਤੇ ਜੀਉ ਨਿਰਮਲ, ਅਤੇ ਉਹਨਾਂ ਦਾ ਹਿਰਦਾ ਵੀ ਨਿਰਮਲ ਹੁੰਦਾ ਹੈ, ਪਵਿੱਤਰ ਮੱਤ ਵਾਲੇ ਹੁੰਦੇ ਹਨ। ਸਤਿਗੁਰ ਤੇ ਕਰਨੀ ਕਮਾਣੀ। ਇਹ ਕਿਵੇਂ ਹੋ ਸਕਦਾ ਹੈ ਹਿਰਦਾ ਪਵਿੱਤਰ? ਕਿਵੇਂ ਉਹਨਾਂ ਨੇ ਆਪਣਾ ਹਿਰਦਾ ਅਤੇ ਬਾਹਰੋਂ ਵੀ ਉਹ ਪਵਿੱਤਰ ਨਿਰਮਲ ਕਾਰਜ ਕਰਨ ਵਾਲੇ ਬਣੇ? ਸਤਿਗੁਰ ਤੇ ਕਰਨੀ ਕਮਾਣੀ, ਕਿਉਂਕਿ ਉਹਨਾਂ ਨੇ ਸਤਿਗੁਰਾਂ ਪਾਸੋਂ, ਸਤਿਗੁਰਾਂ ਦੁਆਰਾ ਕਰਨੀ ਜਿਹੜੀ ਭਗਤੀ ਹੈ ਉਹ ਕਮਾਉਣਾ ਕੀਤੀ। ਉਹਨਾਂ ਨੇ ਭਗਤੀ ਦੀ ਕਮਾਈ ਕੀਤੀ, ਨਾਮ ਦਾ ਵਣਜਾਰ, ਨਾਮ ਦੀ ਕਮਾਈ ਕੀਤੀ ਉਹਨਾਂ ਨੇ। ਇਸ ਕਰਕੇ ਫਿਰ ਉਹ ਜਿਹੜੇ ਅੰਦਰੋਂ ਵੀ ਨਿਰਮਲ ਹੋ ਜਾਂਦੇ ਹਨ, ਬਾਹਰੋਂ ਤਾਂ ਨਿਰਮਲ ਹੁੰਦੇ ਹੀ ਹਨ। ਕੂੜ ਕੀ ਸੋਏ ਪਹੁੰਚੇ ਨਾਹੀ। ਅਜਿਹੇ ਫਿਰ ਜਿਹੜੇ ਅੰਦਰੋਂ ਵੀ ਨਿਰਮਲ ਹੋ ਜਾਂਦੇ ਹਨ, ਬਾਹਰੋਂ ਵੀ ਨਿਰਮਲ ਹੋ ਜਾਂਦੇ ਹਨ, ਸਤਿਗੁਰਾਂ ਦੁਆਰਾ ਭਗਤੀ ਦੀ ਕਮਾਈ ਕਰਨ ਕਰਕੇ, ਫਿਰ ਉਹਨਾਂ ਤੱਕ ਕੂੜ ਕੀ ਸੋਏ, ਜਿਹੜੀ ਕੂੜ ਵਿਕਾਰਾਂ ਦੀ ਸੋਏ ਕਣਸੋ ਮਾਤਰ ਵੀ ਪਹੁੰਚੈ ਨਹੀਂ, ਉਹਨਾਂ ਦੇ ਮਨ ਤੱਕ ਨਹੀਂ ਪਹੁੰਚ ਸਕਦੀ। ਉਹਨਾਂ ਦੇ ਮਨ ਨੂੰ ਜਿਹੜੇ ਵਿਕਾਰਾਂ ਦੀ ਕਣਸੋ ਮਾਤਰ ਵੀ, ਖਬਰ ਮਾਤਰ ਵੀ ਉਹਨਾਂ ਨੂੰ ਨਹੀਂ ਪ੍ਰਾਪਤ ਹੁੰਦੀ। ਇਸ ਪ੍ਰਕਾਰ ਉਹ ਵਿਕਾਰਾਂ ਤੋਂ ਬਚੇ ਰਹਿੰਦੇ ਹਨ। ਮਨਸਾ ਸੱਚ ਸਮਾਧੀ। ਜਿਹੜੀਆਂ ਮਨਸਾਵਾਂ ਉਹਨਾਂ ਦੇ ਹਿਰਦਿਆਂ ਦੇ ਅੰਦਰ ਹੁੰਦੀਆਂ ਸੀ ਪਹਿਲਾਂ, ਪਵਿੱਤਰ ਹੋਣ ਤੋਂ ਪਹਿਲਾਂ, ਉਹ ਸੱਚ ਸਮਾਣੀ, ਸੱਚੇ ਸਤਿਗੁਰਾਂ ਦੀ ਕਿਰਪਾ ਸਦਕਾ ਸਮਾਣੀ ਲੈ ਹੋ ਜਾਂਦੀਆਂ ਹਨ, ਨਾਸ ਹੋ ਜਾਂਦੀਆਂ ਹਨ, ਜਿਹੜੀਆਂ ਦੁਨਿਆਵੀ ਮਨਸਾ ਕਾਮਨਾਵਾਂ ਹੁੰਦੀਆਂ ਹਨ। ਇਸ ਪ੍ਰਕਾਰ ਮਨਸਾ ਸੱਚ ਸਮਾਣੀ, ਉਹਨਾਂ ਦੀ ਕੇਵਲ ਇੱਕੋ ਹੀ ਮਨਸਾ ਰਹਿ ਜਾਂਦੀ ਹੈ, ਇੱਕੋ ਹੀ ਕਾਮਨਾ ਹੁੰਦੀ ਹੈ, ਸੱਚ ਸਮਾਣੀ, ਕਿ ਅਸੀਂ ਸੱਚੇ ਪਰਮੇਸ਼ਰ ਦੇ ਅੰਦਰ ਸਮਾ ਜਾਈਏ। ਇਸ ਪ੍ਰਕਾਰ ਮਨਸਾ ਸੱਚ ਸਮਾਣੀ, ਤੇ ਉਹ ਆਪਣੀਆਂ ਮਨਸਾਵਾਂ ਚਿੰਤਾਵਾਂ ਛੱਡ ਕਰਕੇ ਤੇ ਉਹ ਸੱਚੇ ਪਰਮੇਸ਼ਰ ਦੇ ਅੰਦਰ ਹੀ ਸਮਾਏ ਰਹਿੰਦੇ ਹਨ। ਉਹਨਾਂ ਨੂੰ ਕੂੜ ਦੀ ਕੋਈ ਖਬਰ ਸੋ ਤੱਕ ਵੀ ਉਹਨਾਂ ਤੱਕ ਨਹੀਂ ਪਹੁੰਚਦੀ, ਜਿਹੜੇ ਪਵਿੱਤਰ ਹੁੰਦੇ ਹਨ ਹਿਰਦੇ ਅੰਦਰੋਂ ਵੀ। ਜਨਮ ਰਤਨ ਜਿਨੀ ਖਟਿਆ। ਸਤਿਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਿਨ੍ਹਾਂ ਨੇ ਜਨਮ ਰਤਨ, ਇਹ ਮਨੁੱਖਾ ਜਨਮ ਸ੍ਰੇਸ਼ਟ ਮਿਲਿਆ ਹੈ ਨਾ, ਰਤਨ ਦੀ ਨਿਆਈ, ਕਿਉਂਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਜਿਹੜੀ ਹੈ ਨਾ ਵਾਰੀ ਮਿਲੀ ਇਸ ਮਨੁੱਖਾ ਜਨਮ ਦੇ ਅੰਦਰ ਆਣ ਕਰਕੇ, ਇਹ ਪਰਮੇਸ਼ਰ ਨੂੰ ਮਿਲਣ ਦੀ ਵਾਰੀ ਹੈ, ਕਿਉਂਕਿ ਹੋਰ ਜੂਨਾਂ ਦੇ ਅੰਦਰ ਇਸ ਕਾਰਜ ਨੂੰ ਨਹੀਂ ਸਫਲ ਕੀਤਾ ਜਾ ਸਕਦਾ। ਪਰਮੇਸ਼ਰ ਦੀ ਪ੍ਰਾਪਤੀ ਹੋਰ ਕਿਸੇ ਵੀ ਜੂਨ ਦੇ ਅੰਦਰ ਨਹੀਂ ਹੋ ਸਕਦੀ। ਇਸ ਕਰਕੇ ਸਤਿਗੁਰਾਂ ਨੇ ਜਨਮ ਰਤਨ, ਇਸ ਮਨੁੱਖਾ ਜਨਮ ਨੂੰ ਰਤਨ ਦੀ ਨਿਆਈ ਸ੍ਰੇਸ਼ਟ ਮੰਨਿਆ ਹੈ, ਕਿਉਂਕਿ ਜਿਸ ਸਮੇਂ ਚਾਰ ਪਾਵ, ਦੋਏ ਸਿੰਘ, ਗੁੰਗ ਮੁਖ, ਇਹੋ ਜਿਹੜੀ ਤੇਰੀ ਹਾਲਤ ਹੋ ਜਾਵੇਗੀ ਨਾ, ਜਦੋਂ ਚਾਰ ਪੈਰ ਹੋ ਜਾਣਗੇ ਤੇਰੇ, ਦੋ ਸਿੰਘ ਸਿਰ ਤੇ ਉੱਗ ਆਉਣਗੇ ਤੇ ਮੂੰਹ ਤੋਂ ਤੂੰ ਗੂੰਗਾ ਹੋ ਜਾਵੇਗਾ। ਚਾਰ ਪਾਵ, ਦੋਏ ਸਿੰਘ, ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਉਦੋਂ ਫਿਰ ਪਰਮੇਸ਼ਰ ਦੇ ਗੁਣ ਗਾਇਨ ਤੂੰ ਕਿਸ ਤਰੀਕੇ ਨਾਲ ਕਰੇਗਾ, ਭਾਵ ਤੂੰ ਉਦੋਂ ਨਹੀਂ ਕਰ ਸਕਦਾ। ਇਸ ਕਰਕੇ ਸਤਿਗੁਰਾਂ ਨੇ ਜਨਮ ਰਤਨ, ਇਸ ਮਨੁੱਖਾ ਜਨਮ ਨੂੰ ਰਤਨ ਦੀ ਨਿਆਈ ਅਮੋਲਕ ਜਾਣ ਕਰਕੇ ਇੱਥੇ ਬਖਸ਼ਿਸ਼ ਕੀਤੀ ਹੈ। ਜਨਮ ਰਤਨ ਜਿਨੀ ਖੱਟਿਆ, ਇਸ ਰਤਨ ਵਰਗੇ ਮਨੁੱਖਾ ਜਨਮ ਦੇ ਅੰਦਰ ਰਤਨ ਜਿਨੀ ਖੱਟਿਆ, ਜਿਹੜਾ ਰਤਨ ਪਰਮੇਸ਼ਰ ਦਾ ਨਾਮ ਹੈ, ਨਾਮ ਸਿਮਰਨਾ ਹੈ, ਨਾਮ ਦਾ ਧਨ ਇਕੱਠਾ ਕਰਨਾ ਹੈ, ਨਾਮ ਰਤਨ ਪ੍ਰਾਪਤ ਕਰਨਾ ਹੈ। ਜਿਨੀ ਖੱਟਿਆ, ਜਿਨ੍ਹਾਂ ਨੇ ਇਹ ਫਿਰ ਖੱਟਿਆ ਕਮਾਇਆ, ਇਹ ਨਾਮ ਦਾ ਧਨ ਜਿਹੜਾ ਇਕੱਠਾ ਕੀਤਾ, ਜਿਨ੍ਹਾਂ ਨੇ ਭਲੇ ਸੇਵਨ ਜਾਰੇ। ਉਹੀ ਵਣਜਾਰੇ, ਉਹੀ ਵਪਾਰੀ, ਕਹਿਣ ਤੋਂ ਭਾਵ ਉਹੀ ਇਸ ਜੀਵਨ ਦੇ ਅੰਦਰ ਮਨੁੱਖਾ ਦੇਹੀ ਵਿੱਚ ਆਏ ਹੋਏ ਸਫਲੇ ਹਨ, ਭਲੇ ਹਨ, ਉਹੀ ਪ੍ਰਵਾਨ ਹਨ। ਕਿਹੜੇ? ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਰਤਨ ਨਾਮ ਨੂੰ ਇਸ ਸ੍ਰੇਸ਼ਟ ਰਤਨ ਜਨਮ ਦੇ ਅੰਦਰ ਪ੍ਰਾਪਤ ਕਰ ਲਿਆ ਹੈ ਸਿਮਰਨ ਕਰਕੇ। ਕਹਿ ਨਾਨਕ ਜਿਨ ਮਨ ਨਿਰਮਲ। ਸਤਿਗੁਰੂ ਸਾਹਿਬ ਫਰਮਾ ਰਹੇ ਹਨ, ਜਿਨ ਮਨ ਨਿਰਮਲ, ਜਿਨ੍ਹਾਂ ਨੇ ਆਪਣੇ ਮਨ ਨਿਰਮਲ ਕਰ ਲਏ ਉਸ ਪਰਮੇਸ਼ਰ ਦਾ ਮੰਨਣ ਕਰਕੇ, ਉਸ ਪਰਮੇਸ਼ਰ ਦੇ ਕੀਤੇ ਹੋਏ ਬਚਨਾਂ ਅਨੁਸਾਰ ਹੀ ਆਪਣਾ ਜੀਵਨ ਜੀਓ ਕਰਕੇ, ਗੁਰਮੁਖ ਸਨਮੁਖ, ਗੁਰਮੁਖ ਹੋ ਕਰਕੇ, ਸਤਿਗੁਰਾਂ ਦੇ ਸਨਮੁਖ ਹੋ ਕਰਕੇ, ਸਤਿਗੁਰਾਂ ਦੇ ਦੱਸੇ ਹੋਏ ਬਚਨਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਕੇ, ਜਿਨ੍ਹਾਂ ਨੇ ਆਪਣੇ ਮਨ ਨਿਰਮਲ ਕਰ ਲਏ, ਬਾਰ ਹੈ ਗੁਰ ਨਾਲੇ। ਉਹ ਫਿਰ ਸਦਾ ਸਤਿਗੁਰਾਂ ਦੇ ਨਾਲ ਰਹਿਣ ਲੱਗ ਪੈਂਦੇ ਹਨ।
ਇਸ ਪ੍ਰਕਾਰ ਉਹਨਾਂ ਨੂੰ ਸੱਚਖੰਡ ਦੇ ਅੰਦਰ ਸਤਿਗੁਰਾਂ ਦੇ ਅੰਦਰ ਨਿਵਾਸ ਪ੍ਰਾਪਤ ਹੋ ਜਾਂਦਾ ਹੈ। ਜਿਸ ਤਰੀਕੇ ਦੇ ਨਾਲ ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਵੇਂ ਜਲ ਦੇ ਅੰਦਰ ਆਪਾਂ ਜਲ ਨੂੰ ਪਾ ਦਈਏ, ਰਲਾ ਦਈਏ ਤਾਂ ਵੱਖ ਨਹੀਂ ਕੱਢ ਸਕਦਾ ਕੋਈ, ਉਹ ਇੱਕੋ ਸਰੂਪ ਹੀ ਹੋ ਜਾਂਦਾ ਹੈ। ਇਸ ਤਰੀਕੇ ਨਾਲ ਜਿਹੜੇ ਫਿਰ ਆਪਣਾ ਇਹ ਨਿਰਮਲ ਕਰ ਲੈਂਦੇ ਹਨ ਮਨ, ਆਪਣਾ ਜਨਮ ਸਫਲ ਬਣਾ ਲੈਂਦੇ ਹਨ, ਉਹਨਾਂ ਨੂੰ ਫਿਰ ਪਰਮੇਸ਼ਰ ਤੋਂ ਕੋਈ ਬਾਅਦ ਦੇ ਵੱਖ ਨਹੀਂ ਕਰ ਸਕਦਾ। ਸਦਾ ਰਹਿ ਹੈ ਗੁਰ ਨਾਲੇ। ਇਸ ਪ੍ਰਕਾਰ ਉਹ ਸਤਿਗੁਰਾਂ ਦੇ ਨਾਲ ਰਹਿਣ ਕਰਕੇ, ਸਤਿਗੁਰਾਂ ਦੀ ਹਰ ਵਕਤ ਸੰਗਤ, ਸਵੇਰ ਸ਼ਾਮ ਸੰਗਤ ਵਿੱਚ ਆਉਣ ਕਰਕੇ, ਸਤਿਗੁਰਾਂ ਦੇ ਨਾਲ ਰਹਿਣ ਕਰਕੇ ਉਹ ਨਿਰਮਲ ਹੋ ਜਾਂਦੇ ਹਨ। ਸਤ ਸੰਗਤ ਵਿੱਚ ਆਉਣ ਕਰਕੇ, ਕਿਉਂਕਿ ਜਪਜੀ ਸਾਹਿਬ ਅੰਦਰ ਆਪਾਂ ਰੋਜ਼ਾਨਾ ਜਪਦੇ ਹਾਂ, ਸੁਣਦੇ ਹਾਂ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੋ ਖੇਹ। ਜੇ ਹੱਥ ਪੈਰ ਆਪਣੇ ਘੱਟੇ ਮਿੱਟੀ ਦੇ ਨਾਲ ਗੰਦੇ ਹੋ ਜਾਣ ਤੇ ਉਸ ਨੂੰ ਆਪਾਂ ਪਾਣੀ ਦੇ ਨਾਲ ਸਾਫ਼ ਕਰ ਲੈਂਦੇ ਹਾਂ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਤੇ ਜੇਕਰ ਮਲ ਮੂਤਰ ਦੇ ਨਾਲ ਕੱਪੜਾ ਕੋਈ ਗੰਦਾ ਹੋ ਜਾਵੇ ਤਾਂ ਉਸ ਨੂੰ ਆਪਾਂ ਸਾਬਣ ਦੇ ਨਾਲ ਧੋ ਲੈਂਦੇ ਹਾਂ, ਸਵਾਰ ਲੈਂਦੇ ਹਾਂ। ਭਰੀਐ ਮਤ ਪਾਪਾਂ ਕੈ ਸੰਗ। ਤੇ ਸਤਿਗੁਰੂ ਸਾਹਿਬ ਫਰਮਾਉਂਦੇ ਕਿ ਜੇ ਤੁਹਾਡੀ ਮਤ ਜਿਹੜੀ ਪਾਪਾਂ ਦੇ ਨਾਲ ਭਰੀ ਹੋਵੇ ਮਤ, ਕਿਉਂਕਿ ਭਰੀ ਤਾਂ ਹੋਈ ਹੀ ਹੈ। ਇਸ ਮਨ ਕਉ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆਹੋ ਕਾਲਾ ਸ਼ਾਹ। ਇਹ ਮਨ ਹੋਇਆ ਹੈ ਜੀਉ ਮੈਲੇ, ਬਾਹਰੋਂ ਨਿਰਮਲ, ਇਹਦਾ ਹਿਰਦਾ ਮੈਲਾ ਹੋਇਆ ਹੈ। ਤੇ ਪਵਿੱਤਰ ਕਿਵੇਂ ਹੋਵੇ? ਇਹ ਜਿਹੜਾ ਹਿਰਦਾ ਹੈ, ਕੱਪੜਾ ਜਿਹੜਾ ਹਿਰਦੇ ਦਾ ਮੈਲਾ ਹੋ ਚੁੱਕਿਆ ਹੈ ਨਾ, ਉਹ ਧੋਪੈ ਨਾਵੈ ਕੈ ਰੰਗ। ਫਿਰ ਉਹ ਜਿਹੜਾ ਹੈ ਨਾਮ ਦੇ ਰੰਗ ਲੱਗਣ ਕਰਕੇ ਧੋਤਾ ਜਾ ਸਕਦਾ ਹੈ। ਨਾਮ ਦਾ ਰੰਗ ਜੇ ਸਮੇਂ ਸਤ ਸੰਗਤ ਦੇ ਵਿੱਚ ਆਣ ਕਰਕੇ ਲੱਗ ਜਾਵੇ। ਤੇ ਇੱਥੇ ਹੁਣ ਸਤਿਗੁਰੂ ਸਾਹਿਬ ਫਰਮਾ ਰਹੇ ਹਨ ਕਿ ਜਿਹੜੇ ਸਦਾ ਰਹਿ ਹੈ ਗੁਰ ਨਾਲੇ, ਸਤਿਗੁਰਾਂ ਦੀ ਸੰਗਤ ਵਿੱਚ ਆਣ ਕਰਕੇ ਸਦਾ ਟਿਕੇ ਰਹਿੰਦੇ ਹਨ ਜਿਹੜੇ ਜੀਵ, ਉਹ ਫਿਰ ਇਹ ਨਿਰਮਲ ਪਦਵੀ ਪ੍ਰਾਪਤ ਕਰ ਲੈਂਦੇ ਹਨ। ਆਪਣਾ ਮਨ ਨਿਰਮਲ ਕਰਕੇ ਤੇ ਇਸ ਸੰਸਾਰ ਦੇ ਅੰਦਰੋਂ ਸੁਰਖਰੂ ਹੋ ਕਰਕੇ ਜਾਂਦੇ ਹਨ। ਫਿਰ ਇਹ ਸਤਿਗੁਰੂ ਸਾਹਿਬ ਨੇ ਅੱਜ ਪਵਿੱਤਰ ਸ਼ਬਦ ਦੇ ਅੰਦਰ ਜੋ ਹੁਣ ਤੱਕ ਆਪਾਂ ਕੁੱਲ 40 ਪੌੜੀਆਂ ਦੇ ਅੰਦਰੋਂ 20 ਪੌੜੀਆਂ ਸਰਵਣ ਕਰ ਚੁੱਕੇ ਹਾਂ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਜਿਹੜਾ ਭਗਤੀ ਦਾ ਮਾਰਗ ਬੜਾ ਵਿਖੜਾ ਹੈ, ਕਿਉਂਕਿ ਇਹ ਸਾਰੇ ਸੰਸੇ ਤੌਖਲੇ ਮਾਇਆ ਨੂੰ ਤਿਆਗ ਕਰਕੇ ਚੱਲਣਾ ਹੁੰਦਾ ਹੈ। ਇਹ ਔਖਾ ਹੈ ਕਾਰਜ, ਤੇ ਇਹ 'ਤੇ ਉਹੀ ਚੱਲ ਸਕਦਾ ਹੈ ਜਿਉਂ ਤੂੰ ਚਲਾਏ ਹੈ ਤਿਉ ਚੱਲੈ ਸੁਆਮੀ। ਜਿਨ੍ਹਾਂ ਦੇ ਸਤਿਗੁਰੂ ਕਿਰਪਾ ਕਰਕੇ ਤੇ ਬਾਂਹ ਫੜ ਕੇ ਉਹਨਾਂ ਨੂੰ ਇਸ ਭਗਤੀ ਦੇ ਮਾਰਗ 'ਤੇ ਚਲਾਉਣ, ਉਹੀ ਚੱਲ ਸਕਦੇ ਹਨ। ਤੇ ਫਿਰ ਸਤਿਗੁਰਾਂ ਨੇ ਫਰਮਾਇਆ ਕਿ ਕਈ ਜੀਵ ਦਿਖਾਵਾ ਕਰਦੇ ਹਨ ਪਵਿੱਤਰ ਹੋਣ ਦਾ, ਨਿਰਮਲ ਹੋਣ ਦਾ, ਪਰ ਹਿਰਦੇ ਦੇ ਅੰਦਰ ਉਹਨਾਂ ਦਾ ਕਪਟ, ਉਹਨਾਂ ਦੇ ਹਿਰਦੇ ਅੰਦਰ ਛਿਪਿਆ ਹੁੰਦਾ ਹੈ। ਇਸ ਕਾਰਨ ਕਰਕੇ ਉਹ ਫਿਰ ਆਪਣਾ ਜਨਮ ਜੂਏ ਦੇ ਅੰਦਰ ਹਾਰ ਕਰਕੇ ਚਲੇ ਜਾਂਦੇ ਹਨ। ਤੇ ਸੁਰਖਰੂ ਕਿਹੜੇ ਹੁੰਦੇ ਹਨ, ਪ੍ਰਵਾਨ ਕਿਹੜੇ ਹੁੰਦੇ ਹਨ, ਜਿਨ੍ਹਾਂ ਨੇ ਹਿਰਦੇ ਨੂੰ ਵੀ ਪਵਿੱਤਰ ਕਰ ਲਿਆ। ਕਿਵੇਂ ਕਰ ਲਿਆ? ਸਤਿਗੁਰਾਂ ਦੀ ਸੰਗਤ ਵਿੱਚ ਆਣ ਕਰਕੇ, ਸਤਿਗੁਰਾਂ ਦਾ ਹਰ ਜਸ ਸਰਵਣ ਕਰਕੇ। ਆਵੋ ਸੰਤ ਪਿਆਰੇ ਹੋ ਅਕਥ ਕੀ ਕਰ ਹੈ ਕਹਾਣੀ। ਇਹ ਸਤ ਸੰਗਤ ਦੇ ਵਿੱਚ ਆਣ ਕਰਕੇ ਤੇ ਉਸ ਅਕਥ ਪਰਮੇਸ਼ਰ ਦੀਆਂ ਕਹਾਣੀਆਂ ਕਰਕੇ, ਕਥਾ ਕਰਕੇ ਤੇ ਕਥਾ ਸਰਵਣ ਕਰਕੇ ਉਸ ਪਰਮੇਸ਼ਰ ਦਾ ਮਿਲਾਪ ਹਾਸਲ ਕਰ ਲਿਆ, ਇਹ ਮਨ ਪਵਿੱਤਰ ਕਰ ਲਿਆ। ਤੇ ਇਸ ਦੇ ਨਾਲ ਫਿਰ ਇਹ ਸੁਰਖਰੂ ਹੋਵੇਗਾ ਇਸ ਸੰਸਾਰ ਦੇ ਅੰਦਰੋਂ। ਇਹ ਸਤਿਗੁਰਾਂ ਨੇ ਪਵਿੱਤਰ ਸ਼ਬਦ ਦੇ ਅੰਦਰ ਬਖਸ਼ਿਸ਼ ਕੀਤੀ। ਆਉਣ ਵਾਲੀਆਂ ਪੌੜੀਆਂ ਆਪਾਂ ਅਗਲੇਰੇ ਦੀਵਾਨਾਂ ਅੰਦਰ ਸਰਵਣ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਬਖਸ਼ਿਸ਼ ਕਰਨ। ਗੁਰਬਾਣੀ ਦਾ ਉਚਾਰਨ ਕਰਦਿਆਂ, ਕਥਾ ਵਿਚਾਰ ਕਰਦਿਆਂ ਅਨੇਕਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਸਾਹਿਬ ਬਖਸ਼ਣਹਾਰ ਹਨ। ਬਖਸ਼ਿੰਦ ਪਿਤਾ ਬਖਸ਼ ਲੈਣਾ ਜੀ, ਅਗਾਂਹ ਤੋਂ ਸਮਤ ਬਖਸ਼ਣੀ। ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜਨਮ ਰਤਨ ਜਿਨੀ ਖਟਿਆ, ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰ ਨਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਅਵਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਭੀ ਹੋਵਨ ਹਾਰ। ਹੇ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ।
हे ठाकुर हਉ दासरो, मैं निर्गुण गुण नहीं कोय। नानक दीजै नाम दान, राखो हियै परोए। आए प्रभ शरणागति, कृपा निध दयाल। एक अखर हर मन बसत, नानक होत निहाल। वाहिगुरु नाम जहाज है, चढ़े सो तरे पार। जो शरदा कर सेवदे, गुर पार उतारन हार। जो शरदा कर सेवदे, गुर पार उतारन हार। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸਿੱਧ,